ਸਤਿ ਸ਼੍ਰੀ ਅਕਾਲ ਨਮਸਕਾਰ ਤੁਸੀਂ ਦੇਖ ਰਹੇ ਹੋ FYI ਮੀਡੀਆ ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ as we all know we have elections on October 24th 24 ਤਰੀਕ ਨੂੰ ਇਲੈਕਸ਼ਨ ਹੋਣ ਜਾ ਰਹੀਆਂ ਨੇ ਸਨੈਪ ਇਲੈਕਸ਼ਨ ਜਿਹੜੀਆਂ ਕਾਲ ਕੀਤੀਆਂ ਗਈਆਂ ਸੀ ਪ੍ਰੀਮੀਅਰ ਜੌਨ ਹੋਰਗਨ ਦੇ ਦੁਆਰਾ ਹੁਣ ਇਹਨਾਂ ਇਲੈਕਸ਼ਨਸ ਦੇ ਵਿੱਚ ਬਹੁਤ ਹੀ ਘੱਟ ਸਮਾਂ ਰਹਿ ਗਿਆ ਹੈਗਾ ਆ ਆਲਰੇਡੀ ਅਸੀਂ ਅਕਤੂਬਰ ਦੇ ਵਿੱਚ ਐਂਟਰ ਹੋ ਗਏ ਹੈਗੇ ਆ ਤੇ ਸਾਡੀਆਂ ਜਿਹੜੀਆਂ ਇਲੈਕਸ਼ਨਸ ਨੇ ਉਹ ਜਲਦ ਹੀ ਸਾਡੇ ਸਾਹਮਣੇ ਆਉਣ ਵਾਲੀਆਂ ਨੇ ਤੇ ਨਾਲ ਹੀ ਬਹੁਤ ਥੋੜੇ ਦਿਨ ਰਹਿ ਗਏ ਆ ਐਡਵਾਂਸ ਪੋਲਿੰਗ ਦੇ ਲਈ ਜੇ ਤੁਸੀਂ ਮੇਲ ਇਨ ਬੈਲਟ ਕਰਨਾ ਚਾਹੁੰਦੇ ਆ ਤਾਂ ਤੁਹਾਨੂੰ ਆਰਡਰ ਕਰਨਾ ਪੈਣਾ ਪੈਕੇਜ ਸੋ ਪੈਕੇਜ ਤੁਹਾਡੇ ਘਰ ਆਵੇਗਾ ਤੇ ਉਸ ਤੋਂ ਬਾਅਦ ਹੀ ਤੁਸੀਂ ਉਹਨੂੰ ਪੋਸਟ ਕਰ ਸਕਦੇ ਆ ਮੇਕ ਸ਼ੋਰ ਕਿ ਤੁਹਾਡਾ ਪੈਕੇਜ ਜਿਹੜਾ ਹੈਗਾ 24 ਤਰੀਕ ਤੋਂ ਪਹਿਲਾਂ ਪਹੁੰਚ ਜਾਵੇ ਇਲੈਕਸ਼ਨ ਕੈਨੇਡਾ ਦੇ ਆਫਿਸ ਦੇ ਵਿੱਚ ਤੇ ਨਾਲ ਅਸੀਂ ਤੁਹਾਨੂੰ ਅਪਡੇਟ ਵੀ ਦਿੰਦੇ ਰਹਿੰਦੇ ਆ ਕਿ ਕਿਹੜਾ ਵੀ ਪਲੇਟਫਾਰਮ ਰਿਲੀਜ਼ ਕੀਤਾ ਗਿਆ ਵੱਖ-ਵੱਖ ਪਾਰਟੀਆਂ ਦੇ ਵੱਲੋਂ ਚਾਹੇ ਉਹ ਐਨਡੀਪੀ ਹੈ ਚਾਹੇ ਉਹ ਲਿਬਰਲਸ ਨੇ ਚਾਹੇ ਉਹ ਗ੍ਰੀਨ ਪਾਰਟੀ ਹੈ ਕੀ ਕੁਝ ਉਹ ਵਾਅਦੇ ਕਰ ਰਹੇ ਨੇ ਇਲੈਕਸ਼ਨ ਦੇ ਵਿੱਚ ਕੀ ਕੁਝ ਉਹਨਾਂ ਨੇ ਜੇ ਐਨਡੀਪੀ ਸਰਕਾਰ ਹੈ ਤਾਂ ਉਹਨਾਂ ਨੇ ਕੀ ਕੁਝ ਕੀਤਾ ਹੈਗਾ ਆਪਣੇ 3 ਸਾਲਾਂ ਦੇ ਵਿੱਚ ਜੇ ਉਹ ਦੂਜੇ ਜੇ ਗੱਲ ਕਰਦੇ ਆ ਅਸੀਂ ਲਿਬਰਲਸ ਦੀ ਤਾਂ ਲਿਬਰਲਸ ਕੀ ਕਰਨਗੇ ਜੇ ਉਹ ਇਲੈਕਟ ਹੁੰਦੇ ਨੇ ਤਾਂ ਅੱਜ ਅਸੀਂ ਜਿਸ ਕੈਂਡੀਡੇਟ ਦੀ ਗੱਲ ਕਰ ਰਹੇ ਹੋ ਐਨਡੀਪੀ ਕੈਂਡੀਡੇਟ ਹੈਗੇ ਆ ਤੁਸੀਂ ਉਹਨਾਂ ਨੂੰ ਬੜੀ ਬਾਖੂਬੀ ਤਰ੍ਹਾਂ ਜਾਣਦੇ ਹੈਗੇ ਹੋ ਸਾਡੇ ਲੇਬਰ ਮਿਨਿਸਟਰ ਨੇ ਤੇ ਨਾਲ ਉਹ ਸਰੀ ਨਿਊਟਨ ਤੋਂ ਕਰੰਟ ਜਿਹੜੇ ਐਮਐਲਏ ਨੇ ਤੇ ਹੁਣ ਰੀਇਲੈਕਟ ਹੋਣ ਦੇ ਲਈ ਅੱਗੇ ਆ ਰਹੇ ਨੇ ਆਓ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਤੇ ਉਹਨਾਂ ਤੋਂ ਪੁੱਛਦੇ ਆ ਕਿ ਉਹ ਕੀ ਕਰਨਾ ਚਾਹੁੰਦੇ ਆ ਉਹ ਕੀ ਕਹਿਣਾ ਚਾਹੁੰਦੇ ਆ ਸਰੀ ਨਿਊਟਨ ਦੇ ਵਾਸੀਆਂ ਨੂੰ ਲੈਟਸ ਵੈਲਕਮ ਮਿਸਟਰ ਹੈਰੀ ਬੇਨਸ ਮਿਸਟਰ ਬੇਨਸ ਸਵਾਗਤ ਹੈ ਜੀ ਹਾਊ ਇਜ਼ ਦ ਇਲੈਕਸ਼ਨ ਕੈਂਪੇਨ ਗੋਇੰਗ ਇਲੈਕਸ਼ਨ ਜੀ ਤੁਹਾਨੂੰ ਪਤਾ ਕਿ ਇਲੈਕਸ਼ਨ ਕਾਫੀ ਵੱਖਰੀ ਹੈ ਇਸ ਟਾਈਪ ਤੇ ਪਹਿਲੀਆਂ ਇਲੈਕਸ਼ਨ ਨਾਲੋਂ ਪਹਿਲਾਂ ਇਸ ਵੇਲੇ ਡੋਰ ਨੌਕਿੰਗ ਜੋਰਾਂ ਸ਼ੋਰਾਂ ਤੇ ਹੁੰਦੀ ਸੀ ਸਾਡੇ ਟੀਮ ਮੈਂਬਰ ਬਾਹਰ ਜਾਂਦੇ ਸੀਗੇ ਮੈਂ ਆਪ ਪਰਸਨਲੀ ਜਿਹੜਾ ਬੈਸਟ ਪਾਰਟ ਆਫ ਕੈਂਪੇਨ ਜਿਹੜਾ ਸੀਗਾ ਡੋਰ ਨੌਕਿੰਗ ਮੈਂ ਸਮਝਦਾ ਸੀਗਾ ਜਦੋਂ ਤੁਸੀਂ ਜਾ ਕੇ ਇਨ ਪਰਸਨ ਲੋਕਾਂ ਦੇ ਨਾਲ ਗੱਲ ਕਰ ਸਕਦੇ ਹੋ ਉਹਨਾਂ ਦੇ ਜਿਹੜੇ ਇਸ਼ੂ ਮਨ ਦੇ ਵਿੱਚ ਜਿਹੜੇ ਕਿ ਪਹਿਲਾਂ ਹੋ ਸਕਦਾ ਨਾ ਸਾਡੇ ਸਾਹਮਣੇ ਲਿਆ ਸਕਦੇ ਹੁਣ ਉਹਨਾਂ ਨਾਲ ਗੱਲ ਕਰਕੇ ਤੇ ਉਹਨਾਂ ਨੂੰ ਸਮਝ ਕੇ ਤਾਂ ਫਿਰ ਉਹਨਾਂ ਦੇ ਗੌਰ ਕਰਨ ਤੇ ਉਹਨਾਂ ਨੂੰ ਦੱਸਿਆ ਵੀ ਕੀ ਹੋ ਸਕਦਾ ਕੀ ਨਹੀਂ ਹੋ ਸਕਦਾ ਉਹ ਐਤਕੀ ਹੋ ਨਹੀਂ ਸਕਿਆ ਕਿਉਂਕਿ ਕੋਵਿਡ-19 ਕਰਕੇ ਸਭ ਕੁਝ ਬਦਲ ਗਿਆ ਲੋਕਾਂ ਦੀ ਸਿਹਤ ਜਿਹੜੀ ਆ ਉਹ ਨੰਬਰ 1 ਪ੍ਰਾਇਓਰਟੀ ਹੈ ਸਾਡੇ ਵਾਸਤੇ ਸੋ ਇਸ ਕਰਕੇ ਅਸੀਂ ਹੁਣ ਫੋਨ ਤੇ ਜਾਂ ਵਰਚੁਅਲ ਮੀਟਿੰਗਸ ਤੇ ਤਾਂ ਜਾਂ ਇਸ ਤਰ੍ਹਾਂ ਲੋਕਾਂ ਨਾਲ ਆਪਣੇ ਮੇਰੇ ਜਿਹੜੇ ਕੰਸਟੀਟਿਊਟ ਉਹਨਾਂ ਨਾਲ ਅਸੀਂ ਗੱਲ ਕਰਦੇ ਹਾਂ ਤੇ ਉਹ ਵੀ ਸਾਡੇ ਨਾਲ ਫੋਨ ਤੇ ਹੀ ਗੱਲ ਕਰਦੇ ਆ ਸੋ ਕਾਫੀ ਵੱਖਰਾ ਆ ਤਰੀਕੇ ਦੀ ਕੈਂਪੇਨ ਹੈਗੀ ਆ ਪਹਿਲਾਂ ਨਾਲੋਂ ਇਸ਼ੂ ਹੈਗੇ ਜਦੋਂ ਆਪਾਂ ਕਹਿ ਕਿ ਹੈਲਥ ਇਸ਼ੂ ਹੈਗੇ ਬਿਕਾਜ਼ ਆਫ ਕੋਵਿਡ-19 ਸਨੈਪ ਇਲੈਕਸ਼ਨ ਹੋਇਆ ਬਹੁਤ ਸਾਰੀਆਂ ਚੀਜ਼ਾਂ ਸੀ ਪਹਿਲੇ ਦਿਨਾਂ ਦੇ ਵਿੱਚ ਸੁਣੀਆਂ ਹੈਗੀਆਂ ਕਿ ਬਹੁਤ ਲੋਕ ਨਹੀਂ ਚਾਹੁੰਦੇ ਸੀ ਕਿ ਇਹ ਜਿਹੜੀਆਂ ਇਲੈਕਸ਼ਨ ਹੋਣ ਪਰ ਫਿਰ ਵੀ ਇਹ ਇਲੈਕਸ਼ਨ ਹੋ ਗਈਆਂ ਨੇ ਐਜ਼ ਪਰ ਯੂ ਸੈਡ ਐਜ਼ ਪਰ ਪ੍ਰੀਮੀਅਰ ਸੈਡ ਕਿ ਉਹਨਾਂ ਨੇ ਕਿਹਾ ਕਿ ਜੇ ਅਸੀਂ ਸਾਲ ਬਾਅਦ ਵੀ ਇਲੈਕਸ਼ਨ ਕਰਵਾਉਂਦੇ ਤਾਂ ਵੀ ਅਸੀਂ ਕੋਵਿਡ ਦੇ ਵਿੱਚ ਹੀ ਹੋਣਾ ਸੀਗਾ ਉਹਨਾਂ ਨੇ ਇਲੈਕਸ਼ਨ ਕਰਵਾ ਦਿੱਤੀਆਂ ਪਰ ਤੁਹਾਨੂੰ ਕੀ ਲੱਗਦਾ ਇਜ਼ ਦੈਟ ਰਾਈਟ ਟਾਈਮ ਤੇ ਜੇ ਹੁਣ ਉਹ ਜਾ ਵੀ ਰਹੇ ਹਾਂ ਇਲੈਕਸ਼ਨ ਦੇ ਲਈ ਅਸੀਂ ਵੋਟਾਂ ਪਾਉਣ ਵੀ ਜਾ ਰਹੇ ਹੈਗੀਆਂ ਕਿਹੜੀਆਂ ਡਿਫਰੈਂਸ ਹੋਣਗੀਆਂ ਇਸ ਵਾਰ ਇਲੈਕਸ਼ਨ ਕੈਨੇਡਾ ਦੇ ਵੱਲੋਂ ਸੋ ਦੇਖੋ ਇਲੈਕਸ਼ਨ ਕੈਨੇਡਾ ਦੇ ਪ੍ਰੋਵਿੰਸ਼ੀਅਲ ਹੈਲਥ ਆਫਿਸ ਜਿਹੜੇ ਆ ਡਾਕਟਰ ਬੋਨੀ ਹੈਨ ਉਹਨਾਂ ਨੇ ਰਲ ਕੇ ਜਿਹਨੂੰ ਸੇਫਟੀ ਪਲਾਨ ਬਣਾਈ ਹੋਈ ਹੈ ਕਿਸ ਤਰ੍ਹਾਂ ਲੋਕ ਸੇਫਲੀ ਵੋਟ ਪਾ ਸਕਦੇ ਆ ਸੋ ਵੱਡੀ ਗੱਲ ਇਹ ਹੈਗੀ ਆ ਕਿ ਬਹੁਤ ਸੋਚ ਸਮਝ ਕੇ ਕਾਫੀ ਟਰਬਲ ਸੀਗੀ ਮਨ ਦੇ ਵਿੱਚ ਕਿ ਵੋਟਾਂ ਕਰਾਈਆਂ ਜਾਣ ਜਾਂ ਨਾ ਕਰਾਈਆਂ ਜਾਣ ਦੋ ਮੁੱਦੇ ਬੜੇ ਸਾਹਮਣੇ ਉੱਭਰ ਕੇ ਆਏ ਸੀ ਸਾਡੇ ਸਾਹਮਣੇ ਇੱਕ ਤਾਂ ਸੀਗਾ ਕਿ ਜਿਹੜਾ ਕੋਵਿਡ-19 ਨੇ ਹਟਣਾ ਨਹੀਂ ਇਹ ਤਾਂ ਸ਼ੁਰੂ ਹੋਇਆ ਹਾਲੇ ਇਹ ਹੋਰ ਵਰਸ ਹੋ ਸਕਦਾ ਜਿੱਦਾਂ ਅੱਗੇ ਸਾਨੂੰ ਦੂਜੀਆਂ ਪਾਰਟੀਆਂ ਕੋਆਪਰੇਟ ਕਰਦੀਆਂ ਸੀਗੀਆਂ ਤਾਂ ਅਸੀਂ ਵਧੀਆ ਮੈਨੇਜ ਕੀਤਾ ਅਸੀਂ ਚਾਹੁੰਦੇ ਸੀ ਇੱਦਾਂ ਹੀ ਕੰਮ ਚੱਲਦਾ ਰਹੇ ਗ੍ਰੀਨ ਪਾਰਟੀ ਸਾਡੇ ਜਿਹੜੇ ਉਹ ਆਪਸੀ 'ਚ ਲੜੇ ਹੋਏ ਆ ਉਹਨਾਂ ਦੇ ਐਕਸ ਲੀਡਰ ਪਾਸੇ ਹੋ ਕੇ ਬੈਠੇ ਆ ਦੂਜੇ ਕਿਸੇ ਪਾਸੇ ਬੈਠੇ ਆ ਤੇ ਲਿਬਰਲਸ ਵਾਲੇ ਜਦੋਂ ਹੁਣ ਇਲੈਕਸ਼ਨ ਲਾਗੇ ਆਉਂਦੀ ਜਾਂਦੀ ਤਾਂ ਉਹ ਵੀ ਪੋਲੀਟਿਕਸ ਖੇਲਣਾ ਸ਼ੁਰੂ ਕਰ ਦਿੱਤਾ ਫਿਰ ਇਕੋਨਮੀ ਦੀ ਗੱਲ ਬਹੁਤ ਵੱਡੀ ਆ ਬਹੁਤ ਬਿਜ਼ਨਸ ਬੰਦ ਪਏ ਆ ਬਹੁਤ ਲੋਕੀ ਵਰਕਰ ਜਿਹੜੇ ਘਰ ਬੈਠੇ ਆ ਉਹਨਾਂ ਲਈ ਵੀ ਬੋਲਡ ਡਿਸੀਜਨ ਬਣਾਉਣ ਦੀ ਲੋੜ ਆ ਇਹ ਜਿਹੜੀ ਇਹਨਾਂ ਦਾ ਏਜੰਡਾ ਪਹਿਲਾਂ ਤੋਂ ਇਹ ਰਿਹਾ ਕਿ ਜਿਹੜੇ ਉੱਪਰ ਵਾਲੇ ਆ ਮਲਟੀਨੈਸ਼ਨਲ ਤੇ ਜਿਹੜੇ ਸੁਪਰ ਰਿਚ ਹੈਗੇ ਆ ਉਹਨਾਂ ਨੂੰ ਟੈਕਸ ਬ੍ਰੇਕ ਦੇ ਦਿਓ ਤੇ ਬਾਕੀਆਂ ਦਾ ਕੁਛ ਨਾ ਕਰੋ ਉਹੀ ਸਪੋਰਟ ਕਰਨਗੇ ਅਸੀਂ ਚਾਹੁੰਦੇ ਨਹੀਂ ਅਸੀਂ ਬਿਜ਼ਨਸ ਦੀ ਸਪੋਰਟ ਵੀ ਕਰਨੀ ਆ ਤੇ ਨਾਲ ਜਿਹੜੇ ਸਾਡੇ ਵਰਕਰਸ ਹੈਗੇ ਉਹਨਾਂ ਦੀ ਹੈਲਥ ਐਂਡ ਸੇਫਟੀ ਉਹਨਾਂ ਦਾ ਵੈਲਬੀਇੰਗ ਜਿਹੜਾ ਆਮ ਲੋਕ ਜਿਹੜੇ ਹੈਗੇ ਆ ਫਿਕਸ ਇਨਕਮ ਤੇ ਹੈਗੇ ਆ ਸਟੂਡੈਂਟ ਸਾਡੇ ਹੈਗੇ ਉਹਨਾਂ ਦੀਆਂ ਫੀਸਾਂ ਬਹੁਤ ਅੱਗੇ ਵੱਧ ਚੁੱਕੀਆਂ ਉਹਨਾਂ ਦੀ ਕਿੱਦਾਂ ਅਸੀਂ ਜ਼ਿੰਦਗੀ ਸੁਖਾਲੀ ਕਰ ਸਕਦੇ ਹਾਂ ਜਿਹਦੇ ਤੇ ਉਹ ਸਾਡੇ ਸਪੋਰਟ ਕਰਨ ਨੂੰ ਤਿਆਰ ਨਹੀਂ ਹੈਗੇ ਸੋ ਉਹਦੇ ਵਾਸਤੇ ਅਸੀਂ ਸੋਚਿਆ ਕਿ ਕਿਉਂ ਨਹੀਂ ਅਸੀਂ ਲੋਕਾਂ ਕੋਲ ਜਾਈਏ ਜੇ ਤੁਸੀਂ ਪਹਿਲੇ 3 ਸਾਲ ਦੇ ਕੰਮ ਪਸੰਦ ਕੀਤੇ ਤੇ ਜੇ ਤੁਸੀਂ ਕੋਵਿਡ-19 ਜਿਹਦਾ ਮੈਨੇਜ ਪਹਿਲਾਂ ਹੋਇਆ ਜੇ ਇੱਦਾਂ ਹੀ ਆਪਾਂ ਉਹ ਕੰਮ ਜਾਰੀ ਰੱਖਣਾ ਚਾਹੁੰਦੇ ਹਾਂ ਫਿਰ ਆਉਣ ਵਾਲੇ 12-13 ਮਹੀਨੇ ਜਿਹੜੇ ਪੋਲੀਟੀਕਲ ਬਿਕਰਿੰਗ ਦੇ ਜਾਣ ਦੇ ਥਰੂ ਹੋਣਾ ਕੁਛ ਨਹੀਂ ਸੀਗਾ ਵੀ ਕਿਉਂ ਨਹੀਂ ਅਸੀਂ ਉਹਨਾਂ ਦਾ ਮੈਂਡੇਟ ਲਈਏ ਸਟਰੋਂਗ ਜਿਹੜੀ ਹੈਗੀ ਤੇ ਸਟੇਬਲ ਸਰਕਾਰ ਹੋਏ ਆਉਣ ਵਾਲੇ 4 ਸਾਲ ਦੇ ਵਿੱਚ ਤਾਂ ਕਿ ਪਿੱਛੇ ਦੇਖ ਲੈਣ ਲੋਕ ਸਾਰੇ ਵੀ 3 ਸਾਲ ਦੇ ਵਿੱਚ ਕੀ ਕੁਛ ਕੀਤਾ ਤੇ ਇਹੋ ਜਿਹੇ ਰਿਜ਼ਲਟ ਜਿਹੜੇ ਕੰਮ ਸਾਡੇ ਕਰਨ ਵਾਲੇ ਰਹਿੰਦੇ ਅਸੀਂ ਆਉਣ ਵਾਲੇ 4 ਸਾਲ ਵਿੱਚ ਪੂਰੇ ਕਰ ਸਕੀਏ ਮਿਸਟਰ ਬੇਨਸ ਵੱਖ-ਵੱਖ ਇਸ਼ੂ ਜਿਹੜੇ ਸਾਹਮਣੇ ਆ ਰਹੇ ਆ ਜਿਵੇਂ ਤੁਸੀਂ ਦੱਸਿਆ ਕਿ 2 ਇਸ਼ੂਜ਼ ਦੇ ਉੱਤੇ ਅਸੀਂ ਬਿੱਲ ਲੈ ਕੇ ਆਂਦਾ ਸੀਗਾ ਉਹ ਕਹਿੰਦੇ ਸੀ ਕਿ ਅਸੀਂ ਉਹਨਾਂ ਨੂੰ ਤੁਹਾਨੂੰ ਸਪੋਰਟ ਨਹੀਂ ਕਰਨਾ ਹੈਗਾ ਆ ਪਰ ਹੋਰ ਵੀ ਬਹੁਤ ਸਾਰੇ ਇਸ਼ੂਜ਼ ਹੈਗੇ ਨੇ ਜਿਨ੍ਹਾਂ ਦੇ ਰਾਹੀਂ ਹੁਣ ਪਲੇਟਫਾਰਮ ਵੀ ਰਿਲੀਜ਼ ਹੋ ਰਹੇ ਨੇ ਅਨਾਉਂਸਮੈਂਟਸ ਵੱਖ-ਵੱਖ ਹੋ ਰਹੇ ਨੇ ਪਰ ਅਸੀਂ ਸਰੀ ਨਿਊਟਨ ਦੀ ਜੇ ਗੱਲ ਕਰੀਏ ਤਾਂ ਸਰੀ ਨਿਊਟਨ ਦੇ ਵਿੱਚ ਹੁਣ ਤੁਸੀਂ ਦੁਬਾਰਾ ਰੀ ਇਲੈਕਸ਼ਨ ਦੇ ਲਈ ਖੜੇ ਹੈਗੇ ਹੋ ਕਿਹੜੇ ਵਾਅਦੇ ਤੁਹਾਡੇ ਵੱਲੋਂ ਕੀਤੇ ਜਾ ਰਹੇ ਨੇ ਇਸ ਵਾਰ
ਪਰ ਜੇ ਹੁਣ ਜੇ ਤੁਸੀਂ ਇਲੈਕਟ ਹੁੰਦੇ ਹੋ ਦੁਬਾਰਾ ਤਾਂ? ਦੇਖੋ, ਸਾਡੇ 3 ਵੱਡੇ ਵਾਅਦੇ ਸੀਗੇ ਪਿਛਲੀ ਇਲੈਕਸ਼ਨ ਦੇ ਵਿੱਚ। ਇੱਕ, ਲੋਕਾਂ ਦੀਆਂ ਜ਼ਿੰਦਗੀਆਂ ਸੁਖਾਲੀਆਂ ਕਰਨੀਆਂ। ਦੂਜਾ ਸੀਗਾ ਕਿ ਜਿਹੜਾ ਹੈਗੇ ਆ ਲੋਕਾਂ ਦੀ ਜਿਹੜੀ ਸਰਵਿਸਿਜ਼ ਹੈ ਨਾ, ਉਹਨਾਂ ਨੂੰ ਸਟਰੋਂਗ ਬਣਾਉਣਾ, ਸਪੋਰਟ ਦੇਣੀ ਜਿਨ੍ਹਾਂ ਤੇ ਲੋਕੀ ਡਿਪੈਂਡ ਕਰਦੇ ਆ। ਤੀਜੀ ਗੱਲ ਸੀਗੀ ਇਕਨੋਮੀ ਉਹ ਬਣਾਈ ਜਾਵੇ ਜਿਹਦਾ ਫਾਇਦਾ ਹਰ ਇੱਕ ਵਿਅਕਤੀ ਨੂੰ, ਹਰ ਬ੍ਰਿਟਿਸ਼ ਕੋਲੰਬੀਆ ਨੂੰ ਹੋਵੇ, ਨਾ ਕਿ ਸਿਰਫ ਉੱਪਰ ਵਾਲੇ 2-3% ਨੂੰ ਜਿੱਦਾਂ ਪਹਿਲਾਂ ਹੁੰਦਾ ਆ। ਸੋ ਉਹਦੇ ਨਾਲ ਕੀ ਹੋਇਆ, ਅਸੀਂ ਕਿਹਾ ਅਸੀਂ ਟੋਲ ਖਤਮ ਕਰਾਂਗੇ ਤੇ ਲੋਕਾਂ ਨੂੰ $1600 ਜਿਹੜਾ ਸਾਲ ਦਾ ਉਹਨਾਂ ਦਾ ਬਚੇਗਾ, ਉਹ ਅਸੀਂ ਕਰ ਦਿੱਤਾ। ਕਈ ਟਰੱਕਰ ਵੀਰ ਮੈਨੂੰ ਮਿਲੇ ਆ, ਕਹਿੰਦੇ ਸਾਡੇ ਕੋਲ 10 ਟਰੱਕ ਸੀਗੇ ਡਿਲੀਵਰੀ ਵਾਲੇ, ਕਹਿੰਦੇ ਮੈਨੂੰ ਤਾਂ 40-50 ਹਜ਼ਾਰ ਸੇਵਿੰਗ ਸ਼ੁਰੂ ਹੋ ਗਈ ਆ। ਫਿਰ ਉਸ ਤੋਂ ਬਾਅਦ ਅਸੀਂ ਕਿਹਾ ਸੀ ਵੀ ਹਸਪਤਾਲ ਦੀ ਲੋੜ ਹੈਗੀ ਆ, ਅਸੀਂ ਹਸਪਤਾਲ ਨਵਾਂ ਆਉਂਦੇ ਨੇ ਅਨਾਊਂਸ ਕਰ ਦਿੱਤਾ, ਉਹਦੀ ਜਗ੍ਹਾ ਸਾਡੇ ਕੋਲ ਪਈ ਆ, ਉਹਦੀ ਬਿਜ਼ਨਸ ਪਲਾਨ ਤਿਆਰ ਹੋ ਰਹੀ ਆ, ਨਵਾਂ ਹਸਪਤਾਲ ਬਣ ਜਾਣਾ। ਫਿਰ ਉਸ ਤੋਂ ਬਾਅਦ ਅਸੀਂ ਕਿਹਾ ਵੀ ਹਸਪਤਾਲ ਬਣਨ ਨੂੰ ਕਈ ਸਾਲ ਲੱਗ ਜਾਂਦੇ ਆ, ਕੰਸਟਰਕਸ਼ਨ ਸ਼ੁਰੂ ਤੋਂ ਲੈ ਕੇ ਕੰਸਟਰਕਸ਼ਨ ਤੱਕ, ਲੋਕਾਂ ਨੂੰ ਲੋੜ ਹੋਣਾ। ਅਸੀਂ 2 ਅਰਜੈਂਟ ਕੇਅਰ ਸੈਂਟਰ ਖੋਲ੍ਹ ਦਿੱਤੇ ਜਿਹੜੇ 7 ਦਿਨ ਖੁੱਲ੍ਹਦੇ ਆ, ਲੰਬੇ ਘੰਟੇ ਖੁੱਲ੍ਹਦੇ ਆ। ਇੱਕ ਮੇਰੇ ਨਿਊਟਨ ਦੇ ਵਿੱਚ ਹੀ ਖੁੱਲ੍ਹਾ ਆ ਪਿਛਲੇ 2 ਮਹੀਨਿਆਂ ਤੋਂ ਪਹਿਲਾਂ, ਉਹ 64 ਦੇ ਕਿੰਗ ਜੋਰਜ ਦੇ ਉੱਤੇ। ਉਹ ਅਸੀਂ ਚਾਲੂ ਕਰ ਦਿੱਤੇ ਆ ਤਾਂ ਕਿ ਲੋਕੀ ਜਿਹੜੇ ਹੈਗੇ ਆ ਸ਼ਾਮ ਨੂੰ ਜਾਂ ਵੀਕਐਂਡ ਨੂੰ, ਜਦੋਂ ਤੁਹਾਨੂੰ ਨੌਨ ਐਮਰਜੈਂਸੀ ਕੋਈ ਪ੍ਰੋਬਲਮ ਪੈਂਦੀ ਹੈ, ਤੁਸੀਂ ਜਾਓ, ਆਪਣਾ ਇਲਾਜ ਆਪਣੇ ਨੇਬਰਹੁੱਡ 'ਚ ਕਰਾ ਕੇ ਘਰ ਆ ਜਾਓ। ਫਿਰ ਜਿਹੜੀਆਂ ਸਕੂਲ ਸੇਵਾਵਾਂ ਜਿਹੜੀਆਂ ਹੈਗੀਆਂ, ਐਜੂਕੇਸ਼ਨ ਸੇਵਾਵਾਂ ਹੈਗੀਆਂ, ਜਦੋਂ ਸਾਡੀ ਸਰਕਾਰ ਬਣੀ ਆ 7000 ਬੱਚਾ ਪੋਰਟੇਬਲ ਵਿੱਚ ਪੜ੍ਹਦਾ ਸੀ। ਇਹਨਾਂ ਨੇ ਪਹਿਲੇ 3 ਸਾਲ ਦੇ ਵਿੱਚ 1 ਸਕੂਲ ਬਣਾਇਆ। ਸੋ ਉਹਦਾ ਰਿਜ਼ਲਟ ਕੀ ਹੋਇਆ, 7000 ਬੱਚਾ ਸਕੂਲ ਆਪਣੇ ਪੋਰਟੇਬਲ 'ਚ ਪੜ੍ਹਦਾ। ਉਹ ਅਸੀਂ ਚਾਹੁੰਦੇ ਹਾਂ ਕਿ ਰੀਅਲ ਕਲਾਸਰੂਮ ਵਿੱਚ ਜਾਵੇ। ਸੋ ਆਉਂਦਿਆਂ ਨੇ ਅਸੀਂ $400 ਮਿਲੀਅਨ ਅਨਾਊਂਸ ਕੀਤਾ ਤੇ ਡਿਲੀਵਰ ਕਰ ਦਿੱਤਾ। ਤੇ ਇਸ ਵੇਲੇ 8900 ਜਿਹੜੀਆਂ ਸਟੂਡੈਂਟ ਜਿਹੜੀਆਂ ਸੀਟਸ ਹੈਗੀਆਂ, ਉਹ ਚਾਹੇ ਸਕੂਲ ਐਕਸਪੈਂਡ ਹੋ ਰਹੇ ਤੇ ਨਵੇਂ ਬਣ ਰਹੇ ਆ। ਤੇ ਫਿਰ ਹੈਗੇ ਚਾਈਲਡ ਕੇਅਰ। ਹਰ ਇੱਕ ਜਿਹੜਾ ਯੰਗ ਅੱਜ ਕੱਲ੍ਹ ਦੇ ਜਨਰੇਸ਼ਨ ਹੈਗੀ ਆ, ਉਹ ਦੋਨਾਂ ਨੂੰ ਕੰਮ ਕਰਨਾ ਪੈਂਦਾ। ਉਹਨਾਂ ਕੋਲ ਬੱਚਿਆਂ ਨੂੰ ਛੱਡਣ ਵਾਸਤੇ ਜਾਂ ਜਗ੍ਹਾ ਨਹੀਂ ਸੀ, ਜੇ ਸੀਗੀ ਤਾਂ ਮਹਿੰਗੀ ਬਹੁਤ ਸੀ, ਅਫੋਰਡ ਨਹੀਂ ਸੀ ਕਰ ਸਕਦੇ। ਸੋ ਇੱਕ ਨੂੰ ਘਰ ਰਹਿਣਾ ਪੈਂਦਾ ਸੀ। ਸੋ ਜ਼ਿੰਦਗੀ ਹੋਰ ਵੀ ਔਖੀ ਹੁੰਦੀ ਸੀ। ਅਸੀਂ 2300 ਨਵੀਆਂ ਜਿਹੜੀਆਂ ਸੀਟਾਂ ਹੈਗੀਆਂ ਉਹਨਾਂ ਨੂੰ ਫੰਡ ਕਰਦੇ ਹਾਂ ਸਰੀ ਦੇ ਵਿੱਚ। ਫਿਰ ਅਸੀਂ ਸਰੀ ਨਿਊਟਨ ਦੇ ਵਿੱਚ ਹੀ ਇੱਕ ਹੋਰ ਉਹਨੂੰ ਐਕਸਪੈਂਡ ਹੋ ਰਿਹਾ ਸਾਡਾ ਜਿਹੜਾ ਖਾਲਸਾ ਚਾਈਲਡ ਕੇਅਰ ਹੈਗਾ ਆ। ਸੋ ਮਤਲਬ ਹੈ ਅਸੀਂ ਬਹੁਤ ਕੁਛ ਜਿਹੜਾ ਪਿੱਛੇ 3 ਸਾਲ ਦੇ ਵਿੱਚ ਕੀਤਾ, ਹਲੇ ਹੋਰ ਕੁਛ ਕਰਨ ਵਾਲਾ। ਮੈਂ ਚਾਹੁੰਦਾ ਕਿ ਮੁੱਢਲੇ 4 ਸਾਲ ਸਾਨੂੰ ਜੇ ਲੋਕੀ ਫਿਰ ਦੁਬਾਰਾ ਸਾਡੇ 'ਤੇ ਭਰੋਸਾ ਦੇਣਗੇ, ਉਹ ਹਸਪਤਾਲ ਬਣਦਾ ਅਸੀਂ ਦੇਖਣਾ, ਅਸੀਂ ਸਕਾਈ ਟ੍ਰੇਨ ਬਣਦੀ ਦੇਖਣੀ ਆ, ਅਸੀਂ ਦੇਖਣਾ ਕਿ ਜਿਹੜੇ ਸਕੂਲ ਸ਼ੁਰੂ ਹੋ ਚੁੱਕੇ ਆ ਉਹ ਕੰਪਲੀਟ ਹੋਣ ਤਾਂ ਕਿ ਬੱਚੇ ਰੀਅਲ ਕਲਾਸ ਬਣ ਜਾਣ। ਅਸੀਂ ਚਾਹੁੰਦੇ ਕਿ ਜਿਹੜਾ ਚਾਈਲਡ ਕੇਅਰ ਹੈ $10 ਪਰ ਡੇ ਵਾਲਾ, ਉਹ ਅਸੀਂ ਸ਼ੁਰੂ ਕਰੀਏ। ਬਜ਼ੁਰਗਾਂ ਦਾ ਜਿਹੜਾ ਤੁਹਾਨੂੰ ਪਤਾ, ਜਿਹੜਾ ਅੱਜ ਕੱਲ੍ਹ ਪਰਸੋਂ ਅਨਾਊਂਸ ਅਸੀਂ ਕਰਕੇ ਹਟੇ ਹਾਂ, ਜਿਹੜਾ ਕਿ ਲੌਂਗ ਟਰਮ ਕੇਅਰ ਹੋਮ ਸੀਗੇ, ਇਹਨਾਂ ਨੇ ਪ੍ਰਾਈਵੇਟਾਈਜ਼ ਕਰਕੇ ਪਹਿਲਾਂ ਤਾਂ 8000 ਆਪਣੇ ਮੋਸਟਲੀ ਉਹਦੇ ਵਿੱਚੋਂ ਇਮੀਗ੍ਰੈਂਟ ਵੂਮਨ ਅਤੇ ਔਰਤਾਂ ਸੀਗੀਆਂ, ਉਹਨਾਂ ਨੂੰ ਇਹਨਾਂ ਨੇ ਬਾਹਰ ਕੱਢਿਆ ਸੀ ਤਾਂ ਕਿ ਇਹਨਾਂ ਦੇ ਜਿਹੜੇ ਬਾਹਰਲੇ ਇੰਟਰਨੈਸ਼ਨਲ ਠੇਕੇਦਾਰ ਆ ਕੇ ਉਹ ਕੰਮ ਲੈ ਜਾਣ। ਉਹ ਅਸੀਂ ਹੁਣ ਮੁੜ ਕੇ ਦੁਬਾਰਾ ਸਰਕਾਰ ਵਿੱਚ ਲਿਆ ਰਹੇ ਹਾਂ। ਉਹਨਾਂ ਦੀਆਂ ਵੇਜਸ ਇੰਨੀਆਂ ਕੰਮ ਹੈ ਕਿ $10 ਮਿਲੀਅਨ ਇੱਕ ਮਹੀਨੇ ਦਾ ਐਕਸਟਰਾ ਖਰਚ ਜਿਹੜਾ ਹੁਣ ਅਸੀਂ ਇਨਕਰ ਕੀਤਾ ਤਾਂ ਕਿ ਉਹਨਾਂ ਦੀ ਵੇਜਸ ਬਰਾਬਰ ਲਿਆਂਦੀ ਜਾਵੇ। ਉਹ ਇੱਕ ਜਗ੍ਹਾ 'ਤੇ ਰਹਿਣ, ਨਾ ਕਿ ਉਹਨਾਂ ਨੂੰ ਮਲਟੀਪਲ ਪਲੇਸਿਸ 'ਤੇ ਜਾ ਕੇ ਆਪਣੀਆਂ ਵੇਜਸ ਪੂਰੀਆਂ ਕਰਨੀਆਂ ਪੈਣ। ਸੋ ਇਹੋ ਜਿਹੇ ਕੰਮ ਜਿਹੜੇ ਅਸੀਂ ਸ਼ੁਰੂ ਕਰ ਦਿੱਤੇ ਆ। ਹੁਣ ਸਟੂਡੈਂਟ ਦੀ ਬੱਚਿਆਂ ਦੀ ਪੜ੍ਹਾਈ ਦੇਖ ਲਓ, ਇਹਨਾਂ ਨੇ ਆਉਂਦਿਆਂ ਨੇ ਜਿਹੜੇ ਗ੍ਰਾਂਟ ਮਿਲਦੀਆਂ ਸੀ ਉਹ ਬੰਦ ਕੀਤੀਆਂ। ਅਸੀਂ $4000 ਜਿਹੜਾ ਕਹਿੰਦੇ ਆ ਕਿ ਬੱਚਿਆਂ ਨੂੰ ਹਰੇਕ ਸਾਲ ਦਾ ਮਿਲਣਾ ਚਾਹੀਦਾ, ਜਿਹੜਾ ਕਿ ਜਿਹੜੇ ਲੋੜਵੰਦ ਬੱਚੇ ਆ, ਗ੍ਰਾਂਟ ਮਿਲਣੀ ਆ ਹਰੇਕ ਸਾਲ ਦੀ, ਤਾਂ ਕਿ ਬੱਚੇ ਜਿਹੜੇ ਆ, ਅਸੀਂ ਕਹਿੰਦੇ ਵੀ ਜਿਹੜਾ ਐਜੂਕੇਸ਼ਨ ਆ ਨਾ, ਇਹ ਬੈਸਟ ਇਕੁਅਲਾਈਜ਼ਰ ਹੈਗਾ ਸੋਸਾਇਟੀ ਦੇ ਵਿੱਚ। ਸੋ ਅਸੀਂ ਦੇਖੋ, ਤੁਸੀਂ ਲੋਕਾਂ ਨੂੰ ਵਿਚਕਾਰ ਰੱਖ ਕੇ ਫਿਰ ਅਸੀਂ ਪਾਲਿਸੀਜ਼ ਬਣਾਉਂਦੇ ਆ। ਮੇਰੀ ਜਦੋਂ ਮਿਨਿਸਟਰੀ ਆਫ ਲੇਬਰ ਮੈਨੂੰ ਮਿਲੀ ਆ, ਉਹਦੇ ਵਿੱਚ ਮਿਨੀਮਮ ਵੇਜ ਅਸੀਂ ਆਉਂਦੇ ਨੇ, ਇਹਨਾਂ ਨੇ 10 ਸਾਲ ਮਿਨੀਮਮ ਵੇਜ ਨੂੰ ਫਰੀਜ਼ ਕਰਕੇ ਰੱਖਿਆ ਤੇ ਜਿਹੜੇ ਸਭ ਤੋਂ ਜ਼ਿਆਦਾ ਪੈਸੇ ਕਮਾਉਣ ਵਾਲੇ ਸੀ BC ਦੇ ਵਿੱਚ, ਉਹਨਾਂ ਨੂੰ ਟੈਕਸ ਬ੍ਰੇਕ ਦਿੱਤਾ। ਅਸੀਂ ਆਉਂਦਿਆਂ ਨੂੰ ਉਹਨਾਂ ਨੂੰ ਪਹਿਲਾਂ ਮਿਨੀਮਮ ਵੇਜ ਜਿਹੜੀ ਆ ਹੁਣ ਸਾਡੀ ਵਨ ਆਫ ਦਾ ਲੋਅਸਟ ਸੀਗੀ, ਹੁਣ ਇਸ ਵੇਲੇ ਵਨ ਆਫ ਦਾ ਹਾਈਐਸਟ ਹੈਗੀ ਆ। $15.20 ਆਉਣ ਵਾਲੇ ਜੂਨ ਦੇ ਵਿੱਚ ਹੋ ਜਾਣੀ ਆ। ਵਰਕਰਾਂ ਦੇ ਹੱਕ ਜਿਹੜੇ ਸੀਗੇ ਇੰਪਲੋਇਮੈਂਟ ਸਟੈਂਡਰਡ ਥਰੂ ਪ੍ਰੋਟੈਕਸ਼ਨ ਹੋਣ ਵਾਸਤੇ, ਇਹਨਾਂ ਨੇ ਉਹਦੇ ਵਿੱਚ ਵੀ ਰੋੜੇ ਅਟਕਾਏ ਹੋਏ ਸੀ। ਸੈਲਫ ਹੈਲਪ ਕਿੱਟ ਨਾਂ ਦੀਆਂ ਬਣਾਈਆਂ ਹੋਈਆਂ ਸੀਗੀਆਂ। ਤੁਸੀਂ ਜੇ ਕੰਪਲੇਂਟ ਆ, ਪਹਿਲਾਂ ਇਹ ਵੱਡੇ ਫਾਰਮ ਭਰੋ, ਫਿਰ ਆਪਣੇ ਮਾਲਕ ਕੋਲ ਜਾ ਕੇ ਉਹਨਾਂ ਫੈਸਲਾ ਕਰੋ। ਲੋਕੀ ਟੰਕੇ ਛੱਡ ਜਾਂਦੇ ਸੀਗੇ, ਉਹ ਅਸੀਂ ਖਤਮ ਕੀਤਾ ਕੰਮ। ਟੈਂਪਰੇਰੀ ਫੋਰਨ ਵਰਕ ਕਿੰਨੇ ਬਾਹਰੋਂ ਸਾਨੂੰ ਲੋੜ ਆ, ਉਹਨਾਂ ਦੀ ਸਕਿੱਲਸ ਦੀ। ਇੰਪਲੋਇਰ ਦੇਖ ਰਹੇ ਕਿ ਸਾਡੀ ਇਕਨੋਮੀ ਇੰਨੀ ਵਧੀਆ ਚੱਲਦੀ ਸੀ ਕਿ ਸਾਨੂੰ ਵਰਕਰ ਨਹੀਂ ਮਿਲ ਰਹੇ, ਬਾਹਰੋਂ ਬੰਦੇ ਆਉਂਦੇ ਸੀ, ਉਹਨਾਂ ਦੀ ਐਕਸਪਲੋਇਟੇਸ਼ਨ, ਉਹਨਾਂ ਦੀ ਅਬਿਊਜ਼ ਬੜੀ ਹੋ ਰਹੀ ਸੀ। ਉਹ ਅਸੀਂ ਟੈਂਪਰੇਰੀ ਫੋਰਨ ਵਰਕਰ ਪ੍ਰੋਟੈਕਸ਼ਨ ਐਕਟ ਲੈ ਕੇ ਆਂਦਾ ਤਾਂ ਕਿ ਜਿਹੜੇ ਰਿਕਰੂਟਰਸ ਹੈਗੇ ਆ, ਉਹਨਾਂ ਨੂੰ ਲਾਇਸੈਂਸ ਲੈਣਾ ਪਏਗਾ, ਸਿਕਿਉਰਿਟੀ ਰੱਖਣੀ ਪਏਗੀ, ਤੇ ਜੇ ਕਾਨੂੰਨ ਮੁਤਾਬਕ ਨਹੀਂ ਕੰਮ ਕਰਦੇ ਤੇ ਉਹਨਾਂ ਨੂੰ ਜੇਲ੍ਹ ਵੀ ਹੋ ਸਕਦੀ ਆ, ਵੱਡਾ ਫਾਈਨ ਹੋਏਗਾ, ਲਾਇਸੈਂਸ ਜਾਂਦਾ ਲੱਗਿਆ। ਇੰਪਲੋਇਰ ਨੂੰ ਵੀ ਹੁਣ ਰਜਿਸਟਰ ਹੋਣਾ ਪੈਂਦਾ, ਔਰ ਸਾਨੂੰ ਫਿਰ ਪਤਾ ਹੋਏਗਾ ਕਿ ਇੰਪਲੋਇਰ ਜਿਹੜਾ ਕਿੱਥੇ ਟੈਂਪਰੇਰੀ ਫੋਰਨ ਵਰਕਰ ਕੰਮ ਕਰਦਾ। ਔਰ ਅਸੀਂ 40-45 ਨਵੇਂ ਆਫਿਸਰ ਹਾਇਰ ਕੀਤੇ ਆ ਤਾਂ ਕਿ ਉਹ ਜਾ ਕੇ ਦੇਖ ਕੇ, ਆਡਿਟ ਕਰਕੇ ਦੇਖ ਸਕਣ ਉਹਨਾਂ ਦੀ ਜਿਹੜੀ ਹੈਗੀ ਸਿਹਤ ਸਫਾਲ, ਜਿਹੜੀ ਸਾਰਾ ਕੁਝ ਸਹੀ ਹੋ ਰਿਹਾ। ਸੋ ਬਹੁਤ ਕੁਝ ਹੋ ਗਿਆ।
ਕਈ ਕੁਛ ਹਲੇ ਕਰਨ ਵਾਲਾ ਰਹਿੰਦਾ, WCB ਨੂੰ ਇੰਪਰੂਵ ਕਰਨ ਦੀ ਲੋੜ ਆ ਹਲੇ ਵੀ। ਜੀ। ਸੋ ਕੁਛ ਹੋ ਗਿਆ, ਕੁਛ ਕਰਨ ਵਾਲਾ, ਇਸੇ ਕਰਕੇ ਵੀ ਅਸੀਂ ਕੋਸ਼ਿਸ਼ ਕੀਤੀ ਵੀ ਆਉਣ ਵਾਲੇ 4 ਸਾਲ ਲਈਏ, ਸਰਕਾਰ ਜਦੋਂ ਸਟੇਬਲ ਹੋਏਗੀ ਤਾਂ ਜਿੱਦਾਂ ਅਸੀਂ ਪਿਛਲੇ 3 ਸਾਲ ਕੰਮ ਕੀਤਾ, ਤੁਸੀਂ ਦੇਖੋ ਆਉਣ ਵਾਲੇ 3-4 ਸਾਲ ਵਿੱਚ ਕਿੰਨੇ ਹੋਰ ਵਧੀਆ ਕੰਮ ਹੋ ਸਕਦੇ ਆ। ਬਿਲਕੁਲ, ਬਹੁਤ ਵਧੀਆ ਐਕਸਪਲੇਨ ਕੀਤਾ ਕਿ ਸਰਕਾਰ ਨੇ ਕਿਹੜੇ ਕੰਮ ਕੀਤੇ ਆ, ਕਿਹੜੇ ਪ੍ਰੋਮਿਸ ਜਿਹੜੇ ਨਾਲ ਆ ਰਹੇ ਹੈਗੇ ਆ ਹੁਣ ਇਲੈਕਸ਼ਨਸ ਨੂੰ ਲੈ ਕੇ। ਪਰ ਹੁਣ ਤੁਸੀਂ ਵੀ ਐਗਰੀ ਕਰਦੇ ਆ ਕਿ ਕੋਵਿਡ-19 ਦੇ ਕਰਕੇ ਬਹੁਤ ਸਾਰੀਆਂ ਜੌਬਸ ਲਾਸ ਹੋਈਆਂ ਨੇ, ਚਾਹੇ ਇਕਨੋਮੀ ਦੇ ਵਿੱਚ ਵਾਪਸ ਨੌਕਰੀਆਂ ਆਈਆਂ ਨੇ, ਪਰ ਹਜੇ ਵੀ ਮਿਲੀਅਨਸ ਆਫ ਲੋਕ ਜਿਹੜੇ ਹੈਗੇ ਆ ਉਹ ਘਰਾਂ ਦੇ ਵਿੱਚ ਬੈਠੇ ਹੈਗੇ, ਜੌਬਸ ਨਹੀਂ ਹੈਗੀਆਂ ਨੇ। ਲੇਬਰ ਮਿਨਿਸਟਰ ਤੁਸੀਂ ਰਹੇ ਹੈਗੇ ਹੋ, ਤੁਹਾਨੂੰ ਨੇੜੇ ਤੁਸੀਂ ਹੋ ਕੇ ਦੇਖਿਆ ਹੈਗਾ ਕਿ ਕਿਸ ਤਰ੍ਹਾਂ ਲੋਕ ਕੰਮਾਂ ਤੇ ਜਾਂਦੇ ਹੈਗੇ, ਉਹਨਾਂ ਨੂੰ ਕਿੰਨੀ ਜ਼ਰੂਰਤ ਹੈਗੀ ਹੈ ਨੌਕਰੀਆਂ ਦੀ। ਤਾਂ ਹੁਣ ਜਿਹੜੀਆਂ ਵਾਪਸ ਬੈਕ ਨੌਕਰੀਆਂ ਲੈ ਕੇ ਆਉਣ ਦੇ ਲਈ ਕੀ ਪਲਾਨ ਹੈਗਾ, ਕੀ ਕੁਝ ਕੀਤਾ ਜਾਊਗਾ? ਦੇਖੋ, ਆਈ ਥਿੰਕ ਜਿੰਨੇ ਵੀ ਮਾਹਰ ਹੈਗੇ ਆ ਨਾ, ਉਹਨਾਂ ਨੇ ਕਿਹਾ ਕਿ ਕਿਉਂਕਿ ਸਾਡੀ ਇਕਨੋਮੀ ਇੰਨੀ ਵਧੀਆ ਸੀਗੀ ਬਾਕੀ ਸਾਰੇ ਜੁਰਿਸਡਿਕਸ਼ਨ ਨਾਲੋਂ ਕੋਵਿਡ ਤੋਂ ਪਹਿਲਾਂ, ਕਿ ਸਭ ਤੋਂ ਪਹਿਲਾਂ ਜਿਹੜੀ ਰਿਕਵਰੀ ਹੋਏਗੀ BC ਵਿੱਚ ਹੋਏਗੀ, ਬੈਸਟ ਰਿਕਵਰੀ ਹੋਏਗੀ BC ਵਿੱਚ ਹੋਏਗੀ। ਸਾਡੀ ਬੈਸਟ ਇਕਨੋਮੀ ਸੀਗੀ ਕੈਨੇਡਾ ਦੇ ਵਿੱਚੋਂ, ਸਭ ਤੋਂ ਲੋਐਸਟ ਅਨਪਲਾਇਮੈਂਟ ਰੇਟ ਸੀਗਾ ਸਾਡੇ ਸਾਰੇ ਕੈਨੇਡਾ ਤੋਂ। ਸਾਡੇ ਜਿਹੜਾ ਹੈਗਾ AAA ਰੇਟਿੰਗ ਸੀਗੀ। ਅਸੀਂ ਇੰਨਾ ਕੁਛ ਟੋਲਸ ਖਤਮ, MSP ਪ੍ਰੀਮੀਅਮ ਖਤਮ ਕਰਨ ਦੇ ਨਾਲ ਚਾਈਲਡ ਕੇਅਰ 'ਤੇ ਪੈਸੇ ਲਾਏ, ਉਸ ਹਾਊਸਿੰਗ 'ਤੇ ਪੈਸੇ ਲਾਏ, ਉਹ ਕਰਨ ਦੇ ਬਾਵਜੂਦ ਅਸੀਂ ਬੈਲੈਂਸ ਬਜਟ ਕਰਦੇ ਰਹੇ। AAA ਰੇਟਿੰਗ ਸਾਨੂੰ ਮਿਲਦੀ ਰਹੀ ਆ। ਮਤਲਬ ਤੁਸੀਂ ਸਭ ਕੁਝ ਕਰ ਸਕਦੇ ਹੋ ਜੇ ਤੁਹਾਡਾ ਮਨ ਲੋਕਾਂ ਨੂੰ ਵਿਚਕਾਰ ਰੱਖ ਕੇ ਪਾਲਿਸੀ ਬਣਾਉਣ ਦਾ ਹੋਵੇ। ਅਸੀਂ ਪ੍ਰੂਵ ਕਰ ਦਿੱਤਾ ਇਕਨੋਮੀ ਬੈਸਟ ਹੋ ਸਕਦੀ ਆ, ਤੁਸੀਂ ਸਰਵਿਸਿਜ਼ ਨੂੰ ਵਧੀਆ ਉਹਦੇ ਵਿੱਚ ਇਨਵੈਸਟ ਕਰ ਸਕਦੇ ਹੋ, ਐਜੂਕੇਸ਼ਨ ਦਾ, ਹੈਲਥ, ਸਿਹਤ ਸੇਵਾਵਾਂ ਤੇ ਚਾਈਲਡ ਕੇਅਰ ਦੇ ਵਿੱਚ ਤੁਸੀਂ ਬੈਲੈਂਸ ਬਜਟ ਵੀ ਕਰ ਸਕਦੇ ਹੋ। ਸੋ ਸਾਰਾ ਕੁਝ ਹੋ ਸਕਦਾ। ਹੁਣ ਅੱਗੇ ਚੱਲ ਕੇ ਅਸੀਂ ਦੇਖਿਆ $1.5 ਬਿਲੀਅਨ ਇਕਨੋਮਿਕ ਰਿਕਵਰੀ ਦਾ ਪੈਕੇਜ ਅਸੀਂ ਅਨਾਉਂਸ ਕੀਤਾ ਸੀ ਇਲੈਕਸ਼ਨ ਤੋਂ ਪਹਿਲਾਂ। ਉਹਦੇ ਵਿੱਚ ਟੂਰਿਜ਼ਮ ਵਾਲੇ ਬਹੁਤ ਜ਼ਿਆਦਾ ਹਰਟ ਹੋ ਚੁੱਕੇ ਆ, ਹੋਟਲ ਇੰਡਸਟਰੀ ਬਹੁਤ ਹਰਟ ਹੋ ਰਹੀ ਹੈ, ਕਿਉਂਕਿ ਇਹ ਹੈਗੇ ਆ ਜ਼ਿਆਦਾ ਡਿਪੈਂਡ ਕਰਦੇ ਆ ਇੰਟਰਨੈਸ਼ਨਲ ਟਰੈਵਲ ਦੇ ਨਾਲ। ਸੋ ਉਹਨਾਂ ਦੇ ਵਾਸਤੇ ਅਸੀਂ ਟੂਰਿਜ਼ਮ ਵਾਸਤੇ $50 ਮਿਲੀਅਨ ਸੈਪਰੇਟ ਰੱਖਿਆ, ਉੱਥੇ ਟਾਸਕ ਫੋਰਸ ਵੀ ਨਾਲ ਬਣਾ ਦਿੱਤਾ ਵੀ ਕਿਸ ਤਰ੍ਹਾਂ ਟੂਰਿਜ਼ਮ ਇੰਡਸਟਰੀ ਨੂੰ ਅਸੀਂ ਮੁੜ ਕੇ ਦੁਬਾਰਾ ਚਾਲੂ ਕਰੀਏ। ਹੋਟਲ ਇੰਡਸਟਰੀ ਕਿਸ ਤਰ੍ਹਾਂ ਮੁੜ ਕੇ ਦੁਬਾਰਾ ਚਾਲੂ ਹੋ ਸਕਦੀ ਆ, ਉਹ ਆਪਣਾ ਡਿਪੈਂਡ ਕਰਦੀ ਇੰਟਰਨੈਸ਼ਨਲ ਟਰੈਵਲ ਦੇ ਉੱਤੇ। ਸੋ ਉਹ ਅਸੀਂ ਫੈਡਰਲ ਸਰਕਾਰ ਦੇ ਨਾਲ ਰਲ ਕੇ ਉਹਦੇ ਵਿੱਚ ਸਾਰਾ ਕੁਝ ਲਿਖਿਆ ਹੋਇਆ। ਸਮਾਲ ਤੇ ਮੀਡੀਅਮ ਸਾਈਜ਼ ਬਿਜ਼ਨਸ ਵਾਸਤੇ $300 ਮਿਲੀਅਨ ਰੱਖਿਆ ਹੋਇਆ ਕਿ ਉਹਨਾਂ ਨੂੰ ਕਿਸ ਤਰ੍ਹਾਂ ਅਸੀਂ ਸਪੋਰਟ ਕਰ ਸਕੀਏ ਕਿ ਜਿਹੜੇ ਇਹਦੇ ਬਿੱਲ ਨਹੀਂ ਪੇ ਹੁੰਦੇ ਉਹ ਬੰਦ ਹੈਗੇ ਆ ਤੇ ਉਹ ਸਰਵਾਈਵ ਕਰ ਸਕਣ। ਸੋ ਆਈ ਥਿੰਕ ਕਾਫੀ ਕ੍ਰਾਈਟੇਰੀਆ ਉਹਦੇ ਵਿੱਚ ਹੈਗੇ ਆ ਜਿਹੜੇ ਉਹ ਮੀਟ ਕਰਨਗੇ ਤਾਂ $10 ਮਿਲੀਅਨ ਹੋਰ ਵੀ ਉਹਨਾਂ ਨੂੰ $10,000 ਹੋਰ ਵੀ ਮਿਲ ਸਕਦਾ ਜੇ ਉਹ ਟੂਰਿਜ਼ਮ ਵਿੱਚ ਆ ਜਾਂਦੇ ਆ। ਸੋ ਤੇ ਤੁਸੀਂ ਜਿਹੜੀ ਹੈਗੀ ਆ ਕਲੀਨ BC ਉਹਦੇ ਵਿੱਚ ਆਉਂਦੀ ਆ ਕਿ ਤਾਂ ਕਿ ਜਿਹੜਾ ਸਾਡਾ ਵਾਤਾਵਰਨ ਉਹਦੇ ਵਿੱਚ ਕਲੀਨ BC ਦੇ ਮੁਤਾਬਕ ਜਿਹੜੀਆਂ ਜੌਬਸ ਕ੍ਰੀਏਟ ਹੋਣੀਆਂ, ਵਾਤਾਵਰਨ ਵੀ ਕਲੀਨ ਹੋਏਗਾ ਤੇ ਲੋਕਾਂ ਦੀ ਜੌਬਸ ਵੀ ਕ੍ਰੀਏਟ ਹੋਣਗੀਆਂ। ਸੋ ਆਈ ਥਿੰਕ ਸਾਡਾ ਜਿਹੜਾ ਡਾਇਰੈਕਸ਼ਨ ਹੈਗਾ ਉਹ ਸਿਰਫ ਲੋਕਾਂ ਨੂੰ ਵਿਚਕਾਰ ਰੱਖ ਕੇ ਪਾਲਿਸੀ ਬਣਾਉਣ ਦਾ ਹੈਗਾ, ਜਿਹੜਾ ਕਿ ਪਿਛਲੇ 3 ਸਾਲ ਅਸੀਂ ਇਸੇ ਤਰ੍ਹਾਂ ਚੱਲੇ ਆ, ਇਸੇ ਕਰਕੇ ਕਾਮਯਾਬ ਹੋਏ ਆ, ਇਸੇ ਕਰਕੇ ਲੋਕੀ ਜੌਨ ਹੌਰਗਨ ਨੂੰ ਪਸੰਦ ਕਰਦੇ ਆ। ਮਿਸਟਰ ਪ੍ਰਿੰਸ, ਜਿੱਦਾਂ ਅਸੀਂ ਹੁਣੇ ਇਸ ਸਾਡਾ ਏਰੀਆ ਹੈਗਾ ਸਰੀ ਨਿਊਟਨ, ਤੇ ਸਰੀ ਨਿਊਟਨ ਦੇ ਵਿੱਚ ਹੀ ਜ਼ਿਆਦਾ ਬੈਂਕਟ ਹਾਲਸ ਹੈਗੇ ਆ, ਇਫ ਯੂ ਐਗਰੀ ਕਿ ਇੱਥੇ ਬਹੁਤ ਜ਼ਿਆਦਾ ਬੈਂਕਟ ਹਾਲ ਹੈਗੇ ਆ, ਤੇ ਬੈਂਕਟ ਹਾਲ ਵਾਲੇ ਵਿਹਲੇ ਬੈਠੇ ਨੇ, ਉਹਨਾਂ ਨੂੰ ਨਹੀਂ ਪਤਾ ਕਿ ਉਹ ਕੀ ਕਰਨਾ। ਬੈਂਕਟ ਹਾਲ ਬੰਦ ਹੈਗੇ ਨੇ, ਉਹਨਾਂ ਦੇ ਦੁਆਰਾ ਇਹ ਵੀ ਐਲੀਗੇਸ਼ਨਸ ਹੈਗੇ ਨੇ ਕਿ ਤੁਸੀਂ ਸਾਡੀ ਗੱਲ ਹੀ ਨਹੀਂ ਸੁਣੀ। ਚਾਹੇ 4-5 MLA ਨੇ ਉਹਨਾਂ ਦੀ ਗੱਲ ਸੁਣੀ ਹੈਗੀ ਆ ਬੈਠ ਕੇ, ਪਰ ਪਹੁੰਚਾਈ ਨਹੀਂ ਹੈਗੀ ਵਿਕਟੋਰੀਆ ਦੇ ਵਿੱਚ ਕਿ ਅਸੀਂ ਹੁਣ ਕੀ ਕਰੀਏ। ਉਹਦੇ ਨਾਲ ਵੀ ਬਹੁਤ ਸਾਰੀਆਂ ਨੌਕਰੀਆਂ ਨੂੰ ਨੁਕਸਾਨ ਹੋਇਆ ਆ ਕਿਉਂਕਿ ਬੈਂਕਟ ਹਾਲ ਬੰਦ ਹੈਗੇ ਨੇ। ਤੇ ਉਹਨਾਂ ਬਾਰੇ ਕੀ ਕਹਿਣਾ ਕਿ ਉਹ ਕਿਸ ਤਰ੍ਹਾਂ ਹੁਣ ਉਹ ਦੁਬਾਰਾ ਖੁੱਲਣਗੇ, ਜਾਂ ਉਹਨਾਂ ਦੇ ਨਾਲ ਵੀ ਕਿੰਨੇ ਲੋਕ ਜਿਹੜੇ ਕੰਮ ਕਰਦੇ ਹੈਗੇ ਆ ਉਹਨਾਂ ਦੀਆਂ ਨੌਕਰੀਆਂ ਗਈਆਂ ਨੇ, ਉਹਨਾਂ ਦੀਆਂ ਨੌਕਰੀਆਂ ਕਿਵੇਂ ਵਾਪਸ ਆਉਣਗੀਆਂ? ਸੋ ਆਪਾਂ ਜੇ ਦੇਖੀਏ ਚਾਹੇ ਉਹ ਸਰੀ ਨਿਊਟਨ ਵਿੱਚ ਹੈਗੇ ਆ, ਚਾਹੇ ਗ੍ਰੀਨ ਟਿੰਬਰ ਵਿੱਚ, ਸਰੀ ਦੇ ਵਿੱਚ ਹੈਗੇ ਸਾਰੇ ਉਹ ਬੈਂਕਟ ਹਾਲ, ਇਹ ਬਿਲਕੁਲ ਸਹੀ ਗੱਲ ਹੈ। ਉਹ ਕਾਫੀ ਹਰਟ ਹੋ ਰਹੇ ਆ, ਬਹੁਤ ਵੱਡੀਆਂ ਬਿਲਡਿੰਗਾਂ ਆ, ਉਹਨਾਂ ਦਾ ਖਰਚ ਬੜਾ, ਓਵਰਹੈਡ ਬੜੇ ਹੈਗੇ ਆ। ਅਸੀਂ ਉਹਨਾਂ ਨੂੰ ਮਿਲ ਚੁੱਕੇ 2 ਵਾਰੀ, 1 ਵਾਰੀ ਨਹੀਂ ਮਿਲੇ ਅਸੀਂ। ਫਿਰ ਅਸੀਂ ਕੋਸ਼ਿਸ਼ ਕਰਦੇ ਸੀ ਕਿ ਪ੍ਰੋਵਿੰਸ਼ੀਅਲ ਹੈਲਥ ਆਫਿਸ ਨਾਲ ਉਹਨਾਂ ਦੀ ਮੀਟਿੰਗ ਹੋ ਜਾਏ। ਫਿਰ ਉਹਨਾਂ ਨੇ ਅਨਾਊਂਸ ਕਰ ਦਿੱਤਾ ਕਿ ਸਾਨੂੰ ਬੰਦ ਕਰ ਦਿਓ, ਅਸੀਂ ਮੈਨੇਜ ਨਹੀਂ ਕਰ ਸਕਦੇ ਕਿਉਂਕਿ ਲੋਕੀ ਸਾਡੇ ਨਾਲ ਲੜਦੇ ਹੈਗੇ ਆ। ਤਾਂ ਫਿਰ ਜਿਹੜੇ ਸਾਡੇ ਡਾਕਟਰ ਬੌਨੀ ਹੈਨਰੀ ਹੈਗੇ ਆ, ਡਿਸੀਜਨ ਸਾਰੇ ਦੇ ਸਾਰੇ ਜਿਹੜੇ ਕੋਵਿਡ-19 ਨਾਲ ਸੰਬੰਧਿਤ ਆ ਉਹ ਬਣਾਉਂਦੇ ਆ, ਸਾਇੰਸ ਬੇਸ ਤੇ ਫੈਕਟ ਬੇਸ ਤੇ। ਜਿਹੜੀ ਇਨਫੋਰਮੇਸ਼ਨ ਉਹਨਾਂ ਨੂੰ ਸੋਸਾਇਟੀ ਵਿੱਚੋਂ, ਕਮਿਊਨਿਟੀ 'ਚੋਂ ਆ ਰਹੀ ਆ, ਉਹਨੂੰ ਮੋਨੀਟਰ ਕਰਦੇ ਆ, ਕਿੱਥੋਂ ਕੇਸ ਨਿਕਲਦੇ ਆ ਉਹਨੂੰ ਫਿਰ ਫਾਲੋ ਕਰਦੇ ਆ। ਪਰ ਕਿਹਾ ਤਾਂ ਇਹ ਵੀ ਜਾ ਰਿਹਾ ਕਿ ਡਾਕਟਰ ਬੌਨੀ ਹੈਨਰੀ ਨੂੰ ਵੀ ਪ੍ਰੈਸ਼ਰਾਈਜ਼ ਕੀਤਾ ਗਿਆ? ਨਹੀਂ, ਬਿਲਕੁਲ ਨਹੀਂ। ਡਾਕਟਰ ਬੌਨੀ ਹੈਨਰੀ ਨੂੰ ਕੋਈ ਪ੍ਰੈਸ਼ਰ ਨਹੀਂ ਕਰ ਸਕਦਾ। ਅਸੀਂ ਪਹਿਲੇ ਦਿਨ ਤੋਂ ਇਹ ਗੱਲ ਪਹਿਲਾਂ ਕਲੀਅਰ ਕਰ ਦਿੱਤੀ ਸੀਗੀ ਸਾਡੇ ਪ੍ਰੀਮੀਅਰ ਹੋਣਾ ਨੇ। ਡਾਕਟਰ ਬੌਨੀ ਹੈਨਰੀ ਕਿਉਂਕਿ ਲੋਕਾਂ ਦੀ ਸਿਹਤ ਦਾ ਮਾਮਲਾ ਹੈਗਾ, ਡਾਕਟਰ ਬੌਨੀ
ਬੌਨੀ ਹੈਨਰੀ ਜਿਹੜੇ ਡਿਸੀਜਨ ਬਣਾਉਣਗੇ ਉਹ ਸਾਇੰਸ ਬੇਸ ਤੇ ਬਣਾਉਣਗੇ, ਉਹਨਾਂ ਦੀ ਜਿਹੜੀ ਹੈਗੀ ਆ ਰਾਏ ਆ, ਉਹਨਾਂ ਦਾ ਜਿਹੜਾ ਰੂਲ ਆ ਉਹ ਹੀ ਚੱਲੇਗਾ। ਕਿਉਂਕਿ ਇਲੈਕਸ਼ਨ ਕਰਕੇ ਕੇਸ ਵੀ ਥੋੜੇ ਘੱਟ ਆ ਰਹੇ ਨੇ, ਇਲੈਕਸ਼ਨ ਕਰਕੇ ਆ ਰਹੇ ਕਿ ਸੱਚੀ ਕੇਸ ਘੱਟ ਆ ਰਹੇ BC ਦੇ ਵਿੱਚ, ਕਿਉਂਕਿ ਓਨਟਾਰੀਓ ਦੇ ਵਿੱਚ ਤਾਂ ਅਸੀਂ ਦੇਖਿਆ ਕਿ 700 ਤੱਕ ਕੇਸ ਆ ਰਹੇ ਤੇ ਸਾਡੇ BC ਦੇ ਵਿੱਚ ਕਿੱਥੇ ਪਹਿਲਾਂ 100 ਤੋਂ ਉੱਤੇ ਆਉਣ ਲੱਗ ਗਏ ਸੀ, ਹੁਣ 100 ਤੋਂ ਫਿਰ ਘਟਣ ਲੱਗ ਗਏ। ਸੋ ਦੇਖੋ, ਕਿਉਂਕਿ ਅਸੀਂ ਬੌਨੀ ਹੈਨਰੀ ਹੋਣੀ, ਕਿਉਂਕਿ ਉਹ ਸਾਇੰਸ ਬੇਸਡ ਡਿਸੀਜਨ ਬਣਾਉਂਦੇ ਆ, ਉਹਨਾਂ ਨੂੰ ਅਸੀਂ ਬਿਲਕੁਲ ਖੁੱਲੀ ਛੁੱਟੀ ਦਿੱਤੀ ਹੋਈ, ਉਹ ਡਿਸੀਜਨ ਬਣਾਉਣ ਕਿ ਲੋਕਾਂ ਦੀ ਸਿਹਤ ਦੇ ਉੱਤੇ ਕਿਸੇ ਦੀ ਦਖਲਅੰਦਾਜ਼ੀ ਨਹੀਂ ਹੋਣੀ ਚਾਹੀਦੀ। ਉਸੇ ਕਰਕੇ ਅਸੀਂ ਪਹਿਲੇ ਦਿਨ ਤੋਂ ਹੀ ਦੁਨੀਆ ਦੇ ਵਿੱਚੋਂ ਸਾਡੀ ਤਕਰੀਬਨ ਸੇਫੈਸਟ ਜਿਹੜੀ ਸਾਡੀ ਪੋਜੀਸ਼ਨ ਰਹੀ ਆ BC ਦੇ ਵਿੱਚ, ਅੱਜ ਵੀ ਟੌਪ ਦੇ ਜਿਹੜੇ 1 or 2% ਹੈਗੇ ਆ ਜੂਰਿਸਡਿਕਸ਼ਨ, ਉਹਨਾਂ ਵਿੱਚ ਅਸੀਂ ਆਉਂਦੇ ਆ, ਕਿਉਂਕਿ ਡਾਕਟਰ ਬੌਨੀ ਹੈਨਰੀ ਦਾ ਐਕਸਪੀਰੀਅੰਸ ਆ, ਉਹਨੂੰ ਕੋਈ ਪ੍ਰੈਸ਼ਰ ਨਹੀਂ ਕਰਦਾ, ਨਾ ਕਰ ਸਕਦਾ। ਉਹਨਾਂ ਦੀ ਜਿਹੜੀ ਹੈਗੀ ਆ ਸਾਇੰਸ ਬੇਸਡ ਡਿਸੀਜਨ ਹੈਗੇ ਆ, ਉਹਦੇ ਮੁਤਾਬਕ ਸਾਰੇ ਫੈਸਲੇ ਹੁੰਦੇ ਆ। ਇਸੇ ਕਰਕੇ ਅਸੀਂ ਕੁਝ ਬਚੇ ਹੋਏ ਹੈਗੇ ਆ। ਓਨਟਾਰੀਓ ਦੇ ਵਿੱਚ ਲਾ ਲਓ, ਹੋਰ ਕਿਤੇ ਲਾ ਲਓ, ਅਮਰੀਕਾ ਦੇ ਵਿੱਚ ਲਾ ਲਓ, ਤੁਸੀਂ ਦੇਖੋ ਉੱਥੇ ਦਖਲਅੰਦਾਜ਼ੀ ਬਹੁਤ ਹੋ ਰਹੀ ਆ, ਤੇ ਪਰ ਉਹ ਉੱਥੇ ਹਾਲਾਤ ਬੜੇ ਬੁਰੇ ਹੈਗੇ ਆ। ਹੁਣ ਤੁਸੀਂ ਦੇਖੋ ਓਨਟਾਰੀਓ ਦੇ ਵਿੱਚ ਆਪਾਂ ਬੈਂਕੁਏਟ ਹਾਲ ਦੀ 50 ਦੀ ਗੱਲ ਕਰਦੇ ਸੀ ਪਹਿਲਾਂ, ਓਨਟਾਰੀਓ ਨੇ ਤਾਂ 10 ਕਰ ਦਿੱਤੇ ਆ ਵੀ 10 ਤੋਂ ਵੱਧ ਦੀ ਗਿਣਤੀ ਵਿੱਚ ਪਾਰਟੀ ਕੋਈ ਹੋ ਨਹੀਂ ਸਕਦਾ, ਘਰ ਦੇ ਵਿੱਚ ਨਾ ਬਾਹਰ ਕਿਤੇ ਹੋ ਸਕਦੀ ਆ, ਕਿਉਂਕਿ ਇਹ ਬਿਮਾਰੀ ਬੜੀ ਭੈੜੀ ਹੈਗੀ ਆ। ਡਿਸੀਜਨ ਬਣਨਾ ਚਾਹੀਦਾ ਲੋਕਾਂ ਦੀ ਸਿਹਤ ਨੂੰ ਮੂਹਰੇ ਰੱਖ ਕੇ, ਉਹ ਬਣਾ ਸਕਦੇ ਸਿਰਫ ਤੇ ਸਿਰਫ ਜਿਹੜੇ ਐਕਸਪਰਟ ਹੈਗੇ, ਜਿੱਦਾਂ ਡਾਕਟਰ ਬੌਨੀ ਹੈਨਰੀ ਹੈਗੇ, ਉਹਦੇ ਵਿੱਚ ਪੋਲੀਟੀਸ਼ੀਅਨ ਨਹੀਂ ਵਿੱਚ ਇੰਟਰਫੀਅਰ ਕਰਨਾ ਚਾਹੀਦੇ, ਨਾ ਅਸੀਂ ਕੀਤਾ ਨਾ ਕਰਾਂਗੇ। ਮਿਸਟਰ ਬੈਂਸ, ਜਿੱਦਾਂ ਹੁਣ ਟਰੱਕਰਸ ਦੀ ਤੁਸੀਂ ਗੱਲ ਕੀਤੀ ਹੈਗੀ ਹੈ ਕਿ ਟਰੱਕਰਸ ਦੀਆਂ ਬਹੁਤ ਸਾਰੀਆਂ ਮੁਸ਼ਕਲਾਂ ਸੋਲਵ ਕਰ ਦਿੱਤੀਆਂ ਗਈਆਂ ਨੇ, ਪਰ ਫਿਰ ਵੀ ਅਜਿਹੇ ਇਸ਼ੂ ਨੇ ਜਿਹੜੇ ਅਜੇ ਸੋਲਵ ਕਰਨ ਵਾਲੇ ਆ, ਖਾਸ ਕਰਕੇ ਹੁਣ ਜਦੋਂ ਅਸੀਂ ਰੈਲੀਜ਼ ਦੇਖੀਆਂ ਹੈਗੀਆਂ ਪਿਛਲੇ ਹਫਤੇ ਦੇ ਵਿੱਚ ਯੂਨੀਅਨ ਦੇ ਵੱਲੋਂ ਕੀਤੀਆਂ ਗਈਆਂ ਨੇ ਆਫ ਡੌਕ ਦੇ ਮਸਲੇ ਨੂੰ ਲੈ ਕੇ, ਤੇ ਨਾਲ ਹੀ ਜਿਹੜੀ ਇਲੀਗਲ ਟਰੱਕਿੰਗ ਹੁੰਦੀ ਹੈਗੀ, ਇਲੀਗਲ ਡਰਾਈਵਿੰਗ ਹੁੰਦੀ ਆ, ਉਹਨੂੰ ਲੈ ਕੇ, ਉਹ ਅਜੇ ਤੱਕ ਮਸਲਾ ਉਹਨਾਂ ਦਾ ਸੋਲਵ ਨਹੀਂ ਕੀਤਾ ਜਾ ਰਿਹਾ। ਕਿਉਂ? ਜੀ ਦੇਖੋ, ਬਹੁਤ ਮਸਲੇ ਸੀਗੇ ਜਿਹੜੇ ਤਕਰੀਬਨ ਬਹੁਤ ਸੋਲਵ ਹੋ ਗਏ। ਇਹ ਇੱਕ ਮਸਲਾ ਹੈਗਾ, ਬਾਕੀ ਹਲੇ ਇਹ ਕਾਫੀ ਕਹਿ ਲਓ ਲਾਈਵ ਇਸ਼ੂ ਹੈਗਾ। ਬਿਲਕੁਲ। ਇਸੇ ਕਰਕੇ ਮਿਨਿਸਟਰ ਨੇ ਤੇ ਕਮਿਸ਼ਨਰ ਦੇ ਥਰੂ ਆਫ ਡੌਕ ਦੀ ਸਟੱਡੀ ਕਰਵਾਈ। ਉਹ ਸਟੱਡੀ ਦੀ ਰਿਪੋਰਟ ਜਿਹੜੀ ਆ ਪਿੱਛੇ ਇਲੈਕਸ਼ਨ ਤੋਂ 2 ਹਫ਼ਤੇ ਪਹਿਲਾਂ ਆਈ ਆ, ਔਰ ਮਿਨਿਸਟਰ ਨੇ, ਕਿਉਂਕਿ ਅਸੀਂ ਇਹਨੂੰ ਪ੍ਰਾਇੋਰਟੀ ਲੈਂਦੇ ਆ, ਉਹਨਾਂ ਨੇ ਕਹਿ ਦਿੱਤਾ ਕਿ ਨਵੰਬਰ 15 ਤੱਕ ਇਹਦੀ ਕੰਸਲਟੇਸ਼ਨ ਹੋ ਕੇ ਸਾਰੇ ਸਟੇਕ ਹੋਲਡਰ ਦੇ ਨਾਲ, ਤੇ ਮੁੜ ਕੇ ਦੁਬਾਰਾ ਮੈਨੂੰ ਰਿਪੋਰਟ ਮਿਲਣੀ ਚਾਹੀਦੀ ਆ, ਤਾਂ ਕਿ ਅਸੀਂ ਇਹਨੂੰ ਸੋਲਵ ਕਰ ਸਕੀਏ। ਉਹ ਵੀ ਅਸੀਂ ਟਰੱਕਰ ਦੇ ਨਾਲ ਕੰਮ ਕਰ ਰਹੇ ਹਾਂ, ਗੱਲ ਕਰ ਰਹੇ ਹਾਂ, ਯੂਨੀਫੋਰ ਦੇ ਨਾਲ, UTA ਦੇ ਨਾਲ, ਤਾਂ ਕਿ ਉਹ ਇਸ਼ੂ ਵੀ ਅਸੀਂ ਸੋਲਵ ਕਰ ਲਈਏ, ਕਿਉਂਕਿ ਅਸੀਂ ਲੋਕਾਂ ਦੇ ਨਾਲ ਖੜਨ ਵਾਲੇ ਲੋਕ ਆ। ਇਹ ਠੀਕ ਆ, ਕੋਈ ਇਸ਼ੂ ਟਾਈਮ ਟੂ ਟਾਈਮ ਨਵਾਂ ਆ ਜਾਂਦਾ, ਉਹਨੂੰ ਥੋੜਾ ਟਾਈਮ ਲੱਗਦਾ। ਆਪਣੀ ਇਹ ਜਿਹੜਾ ਇੱਥੇ ਦਾ ਸਿਸਟਮ ਹੈਗਾ ਥੋੜਾ ਪ੍ਰੋਸੈਸ ਡਰਿਵਨ ਹੁੰਦਾ, ਇਹਦੇ ਵਿੱਚ ਸਿੱਧੀ ਇੰਟਰਫੀਅਰੈਂਸ ਜਿਹੜੀ ਆ ਪੋਲੀਟੀਸ਼ੀਅਨਾਂ ਦੀ ਨਹੀਂ ਹੁੰਦੀ। ਜਿਹੜੇ ਸਟੈਚੂਟਰੀ ਜਿਹਨਾਂ ਕੋਲ ਅਥਾਰਟੀ ਹੈਗੀ ਆ, ਸਟੈਚੂਟਰੀ ਡਿਸੀਜਨ ਮੇਕਰਸ ਹੈਗੇ ਆ, ਜਿਸ ਤਰ੍ਹਾਂ ਕਮਿਸ਼ਨਰ ਹੋ ਗਿਆ, ਤੇ ਦੂਸਰੇ ਪਾਸੇ ਹੋਰ ਜਿਹੜੇ ਗੌਰਮੈਂਟ ਦੇ ਹਾਇਰ ਕੀਤੇ ਬੰਦੇ ਹੁੰਦੇ ਡਿਪਾਰਟਮੈਂਟ, ਉਹ ਡਿਸੀਜਨ ਬਣਾਉਂਦੇ ਰਹਿੰਦੇ ਪਾਲਿਸੀ ਮੁਤਾਬਕ। ਕਈ ਵਾਰੀ ਡਿਸੀਜਨ ਉਹਨਾਂ ਦੇ ਸਾਰੇ ਸਹੀ ਨਹੀਂ ਹੁੰਦੇ, ਫਿਰ ਸਾਨੂੰ ਕਈ ਵਾਰੀ ਉਹਦਾ ਰਾਸਤਾ ਲੱਭਣਾ ਪੈਂਦਾ ਵੀ ਕਿਸ ਤਰ੍ਹਾਂ ਅਸੀਂ ਇਹ ਡਿਸੀਜਨ ਸਹੀ ਕਰ ਸਕੀਏ, ਕੀ ਸਾਡੇ ਕਾਨੂੰਨ ਦੇ ਵਿੱਚ ਕੋਈ ਘਾਟ ਹੈਗੀ ਆ, ਫਿਰ ਨਵਾਂ ਕਾਨੂੰਨ ਬਣਾਈਏ। ਸੋ ਆਈ ਥਿੰਕ ਟਾਈਮ ਟੂ ਟਾਈਮ ਅਸੀਂ ਉਹਨਾਂ ਨਾਲ ਬਹਿੰਦੇ ਹਾਂ, ਟਾਈਮ ਟੂ ਟਾਈਮ ਅਸੀਂ ਪ੍ਰੋਬਲਮ ਸੋਲਵ ਹੁੰਦੀ ਆ। ਇਹ ਵੀ ਜਿਹੜੀ ਪ੍ਰੋਬਲਮ ਹੈਗੀ ਇਹ ਵੀ ਸੋਲਵ ਹੋ ਜਾਏਗੀ, ਬਸ ਉਹ 15 ਤਰੀਕ ਤੱਕ ਸਾਨੂੰ ਰਿਪੋਰਟ ਆ ਜਾਣੀ ਆ, ਕਿਉਂਕਿ ਅਸੀਂ ਉਹਨਾਂ ਦੇ ਨਾਲ ਖੜੇ ਹਾਂ। ਬਿਲਕੁਲ, ਤੁਸੀਂ ਦੱਸਿਆ ਸ਼ਾਇਦ ਇਹ ਮਸਲੇ ਜਿਹੜੇ ਅੱਗੇ ਜਾ ਕੇ ਪੂਰੇ ਹੋਣਗੇ। ਬਹੁਤ ਸਾਰੇ ਮਸਲੇ ਜਿਵੇਂ ਸਕੂਲਾਂ ਨੂੰ ਲੈ ਕੇ, ਐਜੂਕੇਸ਼ਨ ਸਿਸਟਮ ਨੂੰ ਹੈਗੇ, ਪੋਰਟੇਬਲਸ ਅਜੇ ਵੀ ਨਹੀਂ ਘਟ ਰਹੇ ਹੈਗੇ, ਸੋ ਉਹ ਲਈ ਕੰਸਟਰਕਸ਼ਨ ਚਾਹੇ ਹੋ ਰਹੀਆਂ ਨੇ, ਪਰ ਫਿਰ ਵੀ ਜਿਹੜੇ ਬੱਚੇ ਹੈਗੇ ਉਹ ਪੋਰਟੇਬਲਸ ਦੇ ਵਿੱਚ ਅਜੇ ਵੀ ਪੜ੍ਹ ਰਹੇ ਨੇ ਰੀਅਲ ਸਕੂਲ ਨਾਲੋਂ। ਉਹਦਾ ਰੀਜ਼ਨ ਕੀ ਆ? ਕਿਉਂਕਿ ਤੁਹਾਨੂੰ ਦੱਸਿਆ ਵੀ 3 ਸਾਲ ਪਹਿਲਾਂ ਸਾਡੀ ਜਦੋਂ ਸਰਕਾਰ ਬਣੀ ਆ, ਇੱਕ ਸਕੂਲ ਬਣਾਇਆ ਪਹਿਲਿਆਂ ਨੇ। 2006 ਤੋਂ ਲੈ ਕੇ 2010 ਤੱਕ $0 ਇਹਨਾਂ ਨੇ ਕੈਪੀਟਲ ਇੰਪਰੂਵਮੈਂਟ ਵਾਸਤੇ ਦਿੱਤੇ ਸਾਡੇ ਸਰੀ ਸਕੂਲ ਬੋਰਡ ਨੂੰ। ਸੋ ਉਹਦੇ ਨਾਲ ਕੀ ਪਾਪੂਲੇਸ਼ਨ ਵੱਧ ਰਹੀ ਸੀ, 10,000 ਨਵੀਂ ਜਿਹੜੇ ਸਾਡੇ ਲੋਕ ਇੱਥੇ ਸਾਲ ਦੇ ਆਉਂਦੇ ਆ ਸਰੀ ਦੇ ਵਿੱਚ, ਉਹਨਾਂ ਦੇ ਨਾਲ ਬੱਚੇ ਵੀ ਆਉਂਦੇ ਆ। ਸੋ ਸਕੂਲਾਂ ਦੇ ਵਿੱਚ ਭੀੜ ਜ਼ਿਆਦਾ ਵੱਧ ਗਈ, 7,000 ਬੱਚਾ ਪੋਰਟੇਬਲ 'ਚ ਪੜ੍ਹਦਾ ਸੀਗਾ। ਹੁਣ ਜਦੋਂ ਅਸੀਂ ਅਨਾਉਂਸ ਕੀਤਾ ਕਿ ਅਸੀਂ ਸਾਰੇ ਬੱਚੇ ਜਿਹੜੇ ਪੋਰਟੇਬਲ 'ਚੋਂ ਕੱਢ ਕੇ ਰੀਅਲ ਸਕੂਲ ਵਿੱਚ ਪਾਵਾਂਗੇ, ਸਕੂਲ ਬਣਨ ਨੂੰ 3-4 ਸਾਲ ਤਾਂ ਈਜ਼ੀ ਲੱਗ ਜਾਂਦਾ। ਸਾਡੀ ਸਰਕਾਰ ਬਣੀ ਸਿਰਫ 3 ਸਾਲ ਹੋਏ ਹਾਲੇ। ਨਵੀਆਂ ਜ਼ਮੀਨਾਂ ਲੈਣੀਆਂ ਪਈਆਂ, ਕਿਉਂਕਿ ਇਹ ਜ਼ਮੀਨਾਂ ਵੇਚ ਗਏ ਸੀ। ਕੋਕਿਟਲਮ ਦੇ ਵਿੱਚ 14 ਇਹੋ ਜਿਹੀਆਂ ਜਗ੍ਹਾ ਹੈਗੀਆਂ ਜਿਹੜੀਆਂ ਕਿ ਸਕੂਲਾਂ ਵਾਸਤੇ ਪਹਿਲੀਆਂ ਸਰਕਾਰਾਂ ਨੇ ਲੈ ਕੇ ਰੱਖੀਆਂ ਹੋਈਆਂ ਸੀ। ਇਹਨਾਂ ਨੇ ਸਸਤੇ ਭਾਅ ਦੇ ਵਿੱਚ, ਜਿਨ੍ਹਾਂ ਦੀ ਅਪਰੇਜ਼ ਵੈਲਿਊ $125 ਮਿਲੀਅਨ ਸੀ, ਇਹਨਾਂ ਨੇ $83 ਮਿਲੀਅਨ ਦੀ ਵੇਚ ਦਿੱਤੀ। ਵੇਚੀ ਕਿਹਨੂੰ? ਜਿਹੜੇ ਇਹਨਾਂ ਦੇ ਦੋਸਤ ਸੀਗੇ, ਡੋਨਰ ਸੀਗੇ। ਔਰ ਉਹਨਾਂ ਨੇ ਜਦੋਂ ਸਾਡੇ ਆਪਣੇ ਐਂਡਰੂ ਵਿਲਕਿਨਸਨ ਦੀ ਲੀਡਰਸ਼ਿਪ ਸੀਗੀ, ਕੈਂਪੇਨ ਚੱਲਦੀ, ਉਹਦੇ ਵਿੱਚ ਉਹਨਾਂ ਨੂੰ ਡੋਨੇਸ਼ਨ ਵੱਡੀ ਰਕਮ ਦਿੱਤੀ, $15,000। ਸੋ ਸਾਡਾ ਸਰੀ ਦਾ ਹਸਪਤਾਲ ਜਿਹੜਾ ਹੈਗਾ, ਉਹਦੀ ਜ਼ਮੀਨ ਵੀ ਜਿਹੜੀ ਪਹਿਲੀਆਂ ਸਰਕਾਰਾਂ ਖਰੀਦ ਕੇ ਗਈਆਂ ਸੀਗੀਆਂ, ਉਹ ਵੀ $3 ਮਿਲੀਅਨ ਸਸਤੀ ਵੇਚੀ ਆਪਣੇ ਜਿਹੜੇ ਇਹਨਾਂ ਦੇ ਦੋਸਤ ਸੀਗੇ। ਮਤਲਬ ਹੈ ਆਪਣਿਆਂ ਦਾ ਜਿਹੜਾ ਉੱਪਰ ਵਾਲੇ ਹੈਗੇ ਆ, ਮਲਟੀ ਮਿਲੀਅਨੇਅਰ ਜਿਹੜੇ ਆ, ਉਹਨਾਂ ਦੀ ਮਦਦ ਵਾਸਤੇ ਹਮੇਸ਼ਾ ਹੀ ਖੜੇ ਆ। ਔਰ ਇਹ ਐਂਡਰੂ ਵਿਲਕਿਨਸਨ ਹੋਣਾ ਦਾ ਰੈਕਡ ਆ, ਇਹ ਮਿਨਿਸਟਰ ਸੀਗੇ ਰਿਸਪੌਂਸੀਬਲ ਇਹ ਸਾਰੇ ਸਕੂਲ ਜਿਹੜੇ ਆ ਜ਼ਮੀਨਾਂ ਵੇਚਣ ਵਾਲੇ।
ਹੁਣ ਅੱਜ ਕਹਿ ਰਹੇ ਆ, ਅੱਜ ਵੀ ਤੁਸੀਂ ਦੇਖੋ ਉਹਨਾਂ ਨਾਲ ਗੱਲ ਕਰੋ, ਕਹਿੰਦੇ ਜੀ ਹਸਪਤਾਲ ਬਣਨਾ ਨਹੀਂ, ਉਦਾਂ ਹੀ ਕਹਿ ਰਹੇ ਆ। ਇੱਕ ਵਾਰੀ ਨਹੀਂ ਕਹਿੰਦੇ ਅਸੀਂ ਬਣਾਵਾਂਗੇ, ਇੱਕ ਵਾਰੀ ਨਹੀਂ ਕਹਿੰਦੇ ਅਸੀਂ ਬਣਾਵਾਂਗੇ। ਸਕਾਈ ਟ੍ਰੇਨ ਦੀ ਗੱਲ ਕਰ, ਬਣਨੀ ਨਹੀਂ। ਅਸੀਂ ਕਿਹਾ ਤੁਸੀਂ ਇੱਕ ਵਾਰੀ ਕਹੋ ਤਾਂ ਅਸੀਂ ਬਣਾਵਾਂਗੇ। ਜਦੋਂ ਸਾਡੀ ਸਰੀ ਦੀ ਵਾਰੀ ਆਈ ਸੀਗੀ ਸਕਾਈ ਟ੍ਰੇਨ ਦੀ, ਜਦੋਂ ਮਿਲੇਨੀਅਮ ਲਾਈਨ ਬਣੀ, ਜਦੋਂ 에ਅਰਪੋਰਟ ਦੀ ਲਾਈਨ, ਕਦੀ ਰੈਫਰੈਂਡਮ ਦੀ ਗੱਲ ਨਹੀਂ ਹੋਈ ਸੀ। ਜਦੋਂ ਸਰੀ ਦੀ ਵਾਰੀ ਆਏ ਤਾਂ ਸਾਡੇ ਇਹਨਾਂ ਦੇ ਪ੍ਰੀਮੀਅਰ ਕਹਿੰਦੇ ਅਸੀਂ ਤਾਂ ਰੈਫਰੈਂਡਮ ਕਰਾਵਾਂਗੇ, ਲੋਕਾਂ ਨੂੰ ਪੁੱਛਾਂਗੇ ਕਿ ਤੁਸੀਂ ਐਕਸਟਰਾ ਟੈਕਸ ਦੇਣਾ ਆਪਣਾ, ਜੇ ਤੁਸੀਂ ਐਕਸਟੈਂਸ਼ਨ ਲੈ ਚਾਹੁੰਦੇ ਹੋ ਤਾਂ। 5-6 ਸਾਲ ਉਹ ਪਿੱਛੇ ਪੈ ਗਿਆ। ਅਸੀਂ ਆਉਂਦਿਆਂ ਨੂੰ ਕਿਹਾ ਵੀ ਪਹਿਲੀਆਂ ਸਰਕਾਰਾਂ 1/3 ਪੇ ਕਰਦੀਆਂ ਸੀ, ਅਸੀਂ 40% ਪੇ ਕਰਾਂਗੇ। ਫੈਡਰਲ ਸਰਕਾਰ ਵੀ ਸਾਡੇ ਨਾਲ ਮੰਨੀ ਵੀ 40% ਪੇ ਕਰਾਂਗੇ। ਅਸੀਂ ਵੈਨਕੂਵਰ ਦੀ ਬ੍ਰੌਡਵੇ ਲਾਈਨ ਤੇ ਸਰੀ ਵਾਲੀ ਜਿਹੜੀ ਐਕਸਟੈਂਸ਼ਨ ਹੈ ਉਹਨੂੰ ਮਨਜ਼ੂਰੀ ਦੇ ਦਿੱਤੀ। ਪਰ ਇਹ ਠੀਕ ਆ, ਜਿਹੜੀ ਸਾਡੀ ਮੌਜੂਦਾ ਜਿਹੜੀ ਹੈਗੀ ਆ ਕਾਉਂਸਲ, ਉਹ ਆਏ, ਉਹ ਕਹਿੰਦੇ ਨਹੀਂ ਸਾਨੂੰ ਇਹ ਆਪਣੇ ਇੱਥੇ ਨਹੀਂ ਚਾਹੀਦਾ, ਸਾਨੂੰ ਤਾਂ ਲੈਂਗਲੀ ਵਾਲੀ ਚਾਹੀਦੀ ਆ। ਉਹਦੇ ਵਾਸਤੇ ਵੀ ਦੁਬਾਰਾ ਬਿਜ਼ਨਸ ਪਲਾਨ ਬਣਾਉਣੀ ਪਈ। ਉਹ ਵੀ ਹੁਣ ਸਾਡੇ ਕੋਲ ਪਈ ਆ, ਜਿਹਦੀ ਮਨਜ਼ੂਰੀ ਹੁਣ ਜੋ ਪੈਸੇ ਪਏ ਆ, ਸਭ ਕੁਝ ਰੈਡੀ ਪਿਆ। ਨਵੇਂ ਸਟੇਸ਼ਨ ਕਿੱਥੇ ਬਣਨੇ ਉਹਨਾਂ ਦੀ ਆਲਰੇਡੀ ਉਹਨਾਂ ਨੂੰ ਆਇਡੈਂਟੀਫਾਈ ਹੋਣਾ ਸ਼ੁਰੂ ਹੋ ਗਿਆ। ਪਿਛਲੇ ਤੁਹਾਨੂੰ ਪਤਾ ਹੋਣਾ ਮਹੀਨਾ ਹੋਇਆ, ਦੋਨਾਂ ਪੇਪਰਾਂ ਦੇ ਵਿੱਚ ਆਇਆ ਸੀਗਾ ਵੈਨਕੂਵਰ ਸਨ ਪ੍ਰੋਵਿੰਸ ਦੇ ਵਿੱਚ ਕਿੱਥੇ ਕਿੱਥੇ ਉਹ ਸਟੇਸ਼ਨ ਬਣਨਗੇ। ਸੋ ਅਸੀਂ ਕਮਿਟਡ ਆ ਸਾਰਾ ਕੁਝ ਕਰਨ ਵਾਸਤੇ। ਪਰ ਇਹ ਤਾਂ ਸਿਰਫ ਹੁਣ ਪਤਾ ਵੀ ਹੋਰ ਦੱਸਣ ਨੂੰ ਕੁਛ ਨਹੀਂ ਹੈਗਾ, ਗੰਦਲਾ ਪਾਣੀ ਕਰਨ ਦੀ ਕੋਸ਼ਿਸ਼ ਕਰਦੇ ਵੀ ਲੋਕਾਂ ਨੂੰ ਕਨਫਿਊਜ਼ ਕਰ ਦਈਏ। ਪਰ ਸਾਡਾ ਰਿਕਾਰਡ ਕਲੀਅਰ ਆ, ਜੋ ਕਿਹਾ ਸੀ ਉਹ ਹੋਇਆ ਔਰ ਅੱਗੇ ਵੀ ਉਹ ਕੁਝ ਹੋਣਾ। देयर आर मैनी इशूज़ मिस्टर बेंस, ਉਹਨਾਂ ਬਾਰੇ ਵੀ ਗੱਲਬਾਤ ਹੋਗੀ, ਪਰ ਅੱਜ ਦੇ ਲਈ ਇੰਨਾ ਹੀ, ਕਿਉਂਕਿ ਅੱਜ ਅਸੀਂ ਇਹ ਜਾਣਨਾ ਚਾਹੁੰਦੇ ਹਾਂ ਕਿ ਸਰੀ ਨਿਊਟਨ ਦੇ ਲੋਕਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਆ, ਕੀ ਮੈਸੇਜ ਹੈਗਾ, ਤੇ ਆਪਣੇ ਕੰਪੀਟੀਸ਼ਨ ਨੂੰ ਕਿਸ ਤਰ੍ਹਾਂ ਦੇਖਦੇ ਹੋ? ਦੇਖੋ, ਕੰਪੀਟੀਸ਼ਨ ਨੂੰ ਮੈਂ ਹਮੇਸ਼ਾ ਪੂਰੀ ਰਿਸਪੈਕਟ ਦਿੰਦਾ। ਮੁੱਦਿਆਂ ਦੇ ਉੱਤੇ ਜਿਹਨਾਂ ਆਪਾਂ ਗੱਲ ਕਰਨੀ ਹੁੰਦੀ ਹੈ ਹਮੇਸ਼ਾ, ਨਾ ਕਿ ਪਰਸਨੈਲਿਟੀ ਬਸ ਲੈਣੀ। ਉਹਨਾਂ ਦਾ ਜਿਹੜਾ ਰਿਕਾਰਡ ਹੈਗਾ ਆ, ਮੈਂ ਚਾਹਾਂਗਾ ਕਿ ਉਹ ਡਿਫੈਂਡ ਕਰਨ ਵੀ 16 ਸਾਲ ਸਰੀ ਨੂੰ ਕੀ ਦਿੱਤਾ ਉਹਨਾਂ ਨੇ। ਤੇ ਅਸੀਂ ਸਾਡਾ 3 ਸਾਲ ਦਾ ਰਿਕਾਰਡ ਦੇਖ ਲਓ, 3 ਸਾਲ ਦੇ ਵਿੱਚ ਅਸੀਂ ਕੀ ਕੁਝ ਕਰ ਚੁੱਕੇ ਹਾਂ। ਅਸੀਂ ਸਰੀ ਨੂੰ ਪਹਿਲ ਦਿੱਤੀ, ਉਹਨਾਂ ਨੇ ਸਰੀ ਨੂੰ ਇਗਨੋਰ ਕੀਤਾ ਪਹਿਲੇ 16 ਸਾਲ। ਅਸੀਂ ਸਕੂਲ ਬਣਾਏ, ਉਹਨੀ ਸਕੂਲਾਂ ਦੀ ਜ਼ਮੀਨਾਂ ਵੇਚੀਆਂ। ਅਸੀਂ ਹਸਪਤਾਲ ਬਣਾ ਰਹੇ ਹਾਂ, ਉਹਨੀ ਹਸਪਤਾਲ ਦੀਆਂ ਜ਼ਮੀਨਾਂ ਵੇਚੀਆਂ। ਅਸੀਂ ਸਕਾਈ ਟ੍ਰੇਨ ਨੂੰ ਬਣਾ ਰਹੇ ਹਾਂ, ਉਹਨਾਂ ਨੇ ਸਕਾਈ ਟ੍ਰੇਨ ਵਾਸਤੇ ਰੈਫਰੈਂਡਮ ਕਰਾਉਣੇ ਸ਼ੁਰੂ ਕਰ ਦਿੱਤੇ। ਅਸੀਂ ਚਾਈਲਡ ਕੇਅਰ ਸੈਂਟਰ ਬਣਾ ਰਹੇ ਹਾਂ, ਅਸੀਂ ਜਿਹੜੇ ਹੈਗੇ ਅਰਜੈਂਟ ਕੇਅਰ ਸੈਂਟਰ ਬਣਾ ਰਹੇ ਹਾਂ ਤਾਂ ਕਿ ਲੋਕਾਂ ਨੂੰ 7-7 8-8 ਘੰਟੇ ਹਸਪਤਾਲ ਦੀ ਐਮਰਜੈਂਸੀ ਦੇ ਵਿੱਚ ਜਾ ਕੇ ਵੇਟ ਨਾ ਕਰਨੀ ਪਵੇ। ਸੋ ਅਸੀਂ ਜਿਹੜੇ MRI ਤੇ ਜਿਹੜੇ ਸਾਡੀ ਵੇਟ ਲਿਸਟ ਹੈਗੀ ਸਰਜਰੀ ਦੀ, ਹਾਫ ਕਰ ਦਿੱਤੀ ਆ ਜਦੋਂ ਤੋਂ ਅਸੀਂ ਆਏ ਹਾਂ। 4 MRI ਮਸ਼ੀਨਾਂ ਹੋਰ ਖਰੀਦ ਰਹੇ ਹਾਂ। ਹੁਣ ਤੁਸੀਂ ਆ ਜਿਹੜੇ ਹੈਗੇ ਸਾਡੇ ਹੈਲਥ ਕੇਅਰ ਦੇ ਵਿੱਚ, ਕਿਉਂਕਿ ਉਹ ਆਪਣੇ ਜਿਹੜਾ ਲੌਂਗ ਟਰਮ ਕੇਅਰ ਦੀ ਗੱਲ ਕਰਦੇ ਉਹਨੂੰ ਇੰਪਰੂਵ ਕਰਨ 7000 ਨਵਾਂ ਵਰਕਰ ਹਾਇਰ ਕਰ ਰਹੇ ਹਾਂ ਅਸੀਂ, ਤਾਂ ਕਿ ਉਹ ਜਿਹੜਾ ਸਾਡਾ ਹੈਲਥ ਕੇਅਰ ਸਿਸਟਮ ਹੈਗਾ ਉਹਨੂੰ ਹੋਰ ਵੀ ਵਧੀਆ ਬਣਾ ਸਕੀਏ। ਅਸੀਂ ਜਿਹੜੇ ਬੰਦੇ ਲੇ ਆਫ ਹੋਏ ਹੈਗੇ ਆ, ਚਾਹੇ ਹੋਟਲ 'ਚੋਂ ਜਾਂ ਕਿਸੇ ਹੋਰ ਪਾਸਿਓਂ, ਉਹਨਾਂ ਨੂੰ ਅਸੀਂ ਪਹਿਲ ਦੇਣ ਦੀ ਗੱਲ ਕਰਦੇ ਹਾਂ ਵੀ ਜਿਨ੍ਹਾਂ ਕੋਲ ਟਰਾਂਸਫਰੇਬਲ ਸਕਿੱਲਸ ਹੈਗੀਆਂ ਉਹਨਾਂ ਨੂੰ ਜੋਬਾਂ ਮਿਲ ਜਾਣ। ਸੋ ਆਈ ਥਿੰਕ ਬਹੁਤ ਕੁਛ ਅਸੀਂ, ਕਿਉਂਕਿ ਲੋਕਾਂ ਦੇ ਨਾਲ ਖੜਨ ਵਾਲੇ ਹਾਂ, ਆਮ ਲੋਕਾਂ ਦੇ ਨਾਲ ਖੜਨ, ਵਰਕਰ ਦੇ ਨਾਲ ਖੜਨ ਵਾਲੇ ਹਾਂ, ਉਹ ਅਸੀਂ ਸਾਰਾ ਕੁਝ ਕਰ ਦਿੱਤਾ। ਸਾਡਾ ਰਿਕਾਰਡ ਦੇਖ ਲਓ 3 ਸਾਲ ਦਾ ਜੋ ਹੈਗਾ, ਜੋ ਕੁਛ ਕਿਹਾ ਉਹ ਕੀਤਾ। ਔਰ ਅੱਜ ਵੀ ਅਸੀਂ ਕਹਿੰਦੇ ਹਾਂ ਵੀ ਜੋ ਕੁਝ ਰਹਿੰਦਾ ਕਰਨ ਵਾਲਾ ਹਾਲੇ ਉਹ ਵੀ ਅਸੀਂ ਕਰਨਾ। ਤੇ ਇਸੇ ਕਰਕੇ ਅਸੀਂ ਸਰੀ ਦੇ ਨਿਊਟਨ ਦੇ ਲੋਕਾਂ ਦੀ ਮੈਂ ਪਹਿਲੀ ਤਾਂ ਗੱਲ ਧੰਨਵਾਦ ਕਰਦਾ ਕਿ ਮੈਨੂੰ ਪਿਛਲੇ 15 ਸਾਲ ਬਹੁਤ ਮਾਣ ਬਖਸ਼ਿਆ, ਔਰ ਉਹਨਾਂ ਦੀ ਸਪੋਰਟ ਕਰਕੇ ਅਸੀਂ ਇੰਨਾ ਕੁਝ ਕਰ ਚੁੱਕੇ ਹਾਂ। ਇੱਕ ਵਾਰ ਫੇਰ ਆਪਾਂ ਨੂੰ ਮੌਕਾ ਦੇਣਗੇ ਤਾਂ ਆ ਜਿਹੜੇ ਕੰਮ ਥੋੜੇ ਰਹਿੰਦੇ ਆ ਇਹ ਵੀ ਅਸੀਂ ਪੂਰੇ ਕਰ ਲਵਾਂਗੇ। ਜੀ ਬਿਲਕੁਲ, ਐਂਡ ਗੁੱਡ ਲੱਕ ਇਲੈਕਸ਼ਨਸ ਦੇ ਲਈ। ਧੰਨਵਾਦ ਜੀ, ਔਰ ਸਭ ਨੂੰ ਸਤਿ ਸ਼੍ਰੀ ਅਕਾਲ। ਮਿਸਟਰ ਬੇਂਸ, ਹੈਰੀ ਬੇਂਸ ਦੇ ਨਾਲ ਗੱਲਬਾਤ ਹੋਈ ਹੈ, ਜਿਹੜੇ ਰੀ-ਇਲੈਕਟ ਹੋਣ ਦੇ ਲਈ NDP ਸਰਕਾਰ ਦੇ ਵੱਲੋਂ ਅੱਗੇ ਆਏ ਨੇ, ਤੇ ਨਾਲ ਹੁਣ ਇਲੈਕਸ਼ਨ, ਜਿਵੇਂ ਮੈਂ ਪਹਿਲਾਂ ਵੀ ਕਿਹਾ ਹੈਗਾ ਹੈ ਕਿ 24 ਤਰੀਕ ਨੂੰ ਹੈਗੀਆਂ ਨੇ। ਤੁਸੀਂ ਆਪਣੇ ਲਈ ਰਾਈਟ ਕੈਂਡੀਡੇਟ ਨੂੰ ਵੋਟ ਪਾਉਣੀ ਹੈ ਕਿ ਤੁਹਾਡੇ ਲਈ, ਤੁਹਾਡੇ ਹਲਕੇ ਦੇ ਲਈ ਕੌਣ ਕੰਮ ਕਰੇਗਾ, ਕਿਹੜਾ ਤੁਹਾਡੀ ਆਵਾਜ਼ ਨੂੰ ਵਿਕਟੋਰੀਆ ਤੱਕ ਲੈ ਕੇ ਜਾਵੇਗਾ, ਪਾਰਲੀਮੈਂਟ ਤੱਕ ਲੈ ਕੇ ਜਾਵੇਗਾ। ਸੋ ਜ਼ਰੂਰ ਆਪਣੀਆਂ ਜਿਹੜੀਆਂ ਵੋਟ ਜ਼ਰੂਰ ਪਾਓ, ਘਰੋਂ ਜ਼ਰੂਰ ਜਾਓ। ਜੇ ਤੁਸੀਂ ਨਹੀਂ ਜਾਣਾ ਚਾਹੁੰਦੇ ਤਾਂ ਮੇਲ ਇਨ ਬੈਲਟ ਤੁਸੀਂ ਕਰ ਸਕਦੇ ਹੋ। ਬਹੁਤ ਘੱਟ ਸਮਾਂ ਰਹਿ ਗਿਆ ਹੈਗਾ, ਤੁਸੀਂ ਆਪਣੀਆਂ ਮੇਲ ਇਨ ਬੈਲਟ ਜਿਹੜੀਆਂ ਮੰਗਵਾ ਸਕਦੇ ਹੋ, ਘਰੇ ਤੇ ਵੋਟ ਪਾ ਸਕਦੇ ਹੋ। ਇਸ ਤਰ੍ਹਾਂ ਹੀ ਤੁਹਾਨੂੰ ਅਪਡੇਟ ਪਹੁੰਚਾਉਂਦੇ ਰਵਾਂਗੇ। ਦੇਖਦੇ ਰਹੋ FYI ਮੀਡੀਆ। ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।